ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰਦੁਆਰਾ ਛੇਵੀਂ ਪਾਤਸ਼ਾਹੀ, ਜੋ ਕਿ ਇੱਕ ਇਤਿਹਾਸਕ ਅਸਥਾਨ ਦੇ ਰੂਪ ਦੇ ਵਿੱਚ ਹੈ, ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਕਥਾ ਦੀ ਸੰਪੂਰਨਤਾ ਤੋਂ 5-7 ਮਿੰਟ ਪਹਿਲਾਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸ਼ਾਹਕਾਰ ਬੇਮਿਸਾਲ ਰਚਨਾ ਦੇ ਬਾਰੇ, ਉਸ ਦੀ ਜੋ ਪ੍ਰਤਿਸ਼ਠ ਭੂਮੀ ਹੈ ਉਹ ਆਪਾਂ ਬੰਨੀ ਸੀ, ਭੂਮਿਕਾ ਜਿਹੜੀ ਹੈ ਉਹਦੇ ਨਾਲ ਆਪਾਂ ਗੱਲ ਕੀਤੀ ਸੀ। ਇਹ ਮਹਾਰਾਜ ਜੀ ਦੀ ਬਾਣੀ 938 ਅੰਗ ਤੋਂ ਸ਼ੁਰੂ ਹੁੰਦੀ ਹੈ। ਮਹਾਰਾਜ ਦੀ ਜ਼ਿੰਦਗੀ ਦਾ ਇੱਕ ਉਹਨਾਂ ਦੀ ਹਯਾਤੀ ਦਾ ਉਦੇਸ਼ ਸੀ। ਉਹ ਉਦੇਸ਼ ਕੀ ਸੀਗਾ ਕਿ ਧਰਮ ਦੇ ਪੂਜਕਾਂ ਨੂੰ ਕਰਮ ਕਾਂਡਾਂ ਦੇ ਖੇਤਰ ਚੋਂ ਬਾਹਰ ਕੱਢ ਕੇ ਧਾਰਕਾਂ ਦੇ ਕਰਮ ਖੇਤਰ ਵਿੱਚ ਪਹੁੰਚਾਉਣਾ। ਬੜੇ ਧਿਆਨ ਨਾਲ, ਕਰਮ ਖੇਤਰ, ਕਰਮ ਖੇਤਰ ਦਾ ਅਰਥ ਹੈ ਪ੍ਰੈਕਟੀਕਲੀ ਜੀਵਨ। ਜਿੰਨੀ ਦੇਰ ਤੱਕ ਸਾਡਾ ਜੀਵਨ ਪ੍ਰੈਕਟੀਕਲੀ ਨਹੀਂ ਹੋਵੇਗਾ ਨਾ, ਉਤਨੀ ਦੇਰ ਤੱਕ ਪੜ੍ਹੀ ਹੋਈ ਬਾਣੀ ਤੇ ਧਰਮ ਦੇ ਨਾਮ ਤੇ ਕੀਤੇ ਹੋਏ ਕਰਮ, ਉਹਨਾਂ ਦਾ ਕੋਈ ਫਾਇਦਾ ਨਹੀਂ। ਹੁਣ ਸਪੋਜ਼ ਕਰੋ, ਇੱਕ ਉਦਾਹਰਨ ਦੇ ਤੌਰ ਤੇ ਮੈਂ ਇਸ ਗੱਲ ਨੂੰ ਕਲੀਅਰ ਕਰਦਾ। ਮੈਂ ਤੁਹਾਨੂੰ ਸਟੇਜ ਤੋਂ ਬੈਠ ਕੇ ਕਹਿ ਰਿਹਾ, ਬੋਲੀਏ ਸੱਚ, ਧਰਮ, ਝੂਠ ਨਾ ਬੋਲੀਏ। ਮੈਂ ਤੁਹਾਨੂੰ ਕਹਿ ਕੇ ਚਲਿਆ ਗਿਆ ਤੇ ਸਾਰਾ ਦਿਨ ਜ਼ਿੰਦਗੀ ਦੇ ਵਿੱਚ ਮੈਂ ਝੂਠ ਬੋਲਦਾ ਪਿਆ। ਸੋ ਉਹ ਫਿਰ ਕਰਮ ਖੇਤਰ ਨਹੀਂ ਬਣਿਆ ਮੇਰਾ, ਉਹ ਮੇਰਾ ਸਿਰਫ ਇੱਕ ਪੂਜਾ ਦਾ ਖੇਤਰ ਬਣ ਗਿਆ। ਤੇ ਪੂਜਾ ਦਾ ਖੇਤਰ ਇਸ ਕਰਕੇ ਕਿਉਂਕਿ ਤੁਸੀਂ ਮੈਨੂੰ ਇਸ ਪੂਜਾ ਦੇ ਬਦਲੇ ਤੇ ਧਾਨ ਦੇ ਗੱਲ ਖਤਮ। ਜਾਂ ਇੱਕ ਹੋਰ ਉਦਾਹਰਨ, ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰਿਜਾਵੇ। ਇਹ ਵੈਸੇ ਪੰਕਤੀ ਤੁਹਾਡੇ ਵਾਸਤੇ ਨਹੀਂ ਹੈਗੀ, ਇਹ ਸਾਡੇ ਪ੍ਰਚਾਰਕਾਂ ਵਾਸਤੇ ਹੈ। ਕਦੇ ਸਟੇਜ ਤੇ ਬੜਾ ਸੱਜ ਕੇ ਬਹਿ ਗਿਆ, ਆਪਣੇ ਮਨ ਨੂੰ ਪਹਿਲਾਂ ਸਮਝਾ ਕਹਿੰਦੇ, ਫਿਰ ਸੰਗਤ ਨੂੰ ਕਹਿੰਦੇ ਉਪਦੇਸ਼ ਕਰੇ। ਸਟੇਜ ਤੇ ਆਉਣ ਤੋਂ ਪਹਿਲਾਂ ਸਮਝਾ ਲੈ ਆਪਣੇ ਆਪ ਨੂੰ ਕਿ ਜੋ ਮੈਂ ਕਹਿਣ ਜਾ ਰਿਹਾ, ਮੈਂ ਕਸਮ ਖਾਨਾ ਹਾਂ ਕਿ ਮੈਂ ਉਹਨੂੰ ਆਪ ਲਾਗੂ ਕਰੂੰਗਾ ਪਹਿਲਾਂ। ਇਹ ਹੈ ਜਾਣੀ ਕਿ ਇਹ ਸੋ ਮਹਾਰਾਜ ਦਾ ਇੱਕ ਕਾਰਨ ਸੀਗਾ ਕਿ ਜਿਹੜੇ ਧਰਮ ਦੇ ਪੂਜਾ ਦੇ ਪੂਜਕਾਂ ਨੂੰ ਉਹਨਾਂ ਦੇ ਖੇਤਰਾਂ ਚੋਂ ਕੱਢ ਕੇ ਧਾਰਕਾਂ ਦੇ ਕਰਮ ਖੇਤਰ ਦੇ ਵਿੱਚ ਮਹਾਰਾਜ ਨੇ ਉਹਨਾਂ ਨੂੰ ਲੈ ਕੇ ਆਉਣਾ ਸੀ। ਦੂਸਰਾ ਜਿਹੜਾ ਉਸ ਸਮੇਂ ਜੋਗੀਆਂ ਨੇ ਜਾਂ ਸਿੱਧਾ ਨੇ ਕਹਿ ਲਈਏ ਕਰਮ ਕਾਂਡਾਂ ਦਾ ਜਿਹੜਾ ਜਾਲ ਵਿਛਾਇਆ ਹੋਇਆ ਸੀ ਨਾ, ਉਹਨਾਂ ਨੂੰ ਦੇਖੋ, ਉਹਨਾਂ ਨੂੰ ਗਿਆਨ ਸੀ ਪ੍ਰਮਾਤਮਾ ਦਾ, ਐਸੀ ਗੱਲ ਨਹੀਂ। ਇਸੇ ਲਈ ਮਹਾਰਾਜ ਨੂੰ ਨਾ ਇੱਕ ਥਾਂ ਤੇ ਕਹਿਣਾ ਪਿਆ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ। ਇਹਨਾਂ ਤਿੰਨਾਂ ਨੇ ਲੋਕਾਈ ਨੂੰ ਜਿਹੜਾ ਸੀਗਾ ਉਹ ਧਰਮ ਦੇ ਰਸਤੇ ਤੇ ਪਾਉਣਾ ਸੀਗਾ। ਲੇਕਿਨ ਮਹਾਰਾਜ ਕਹਿੰਦੇ ਆ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਇੱਕ ਦੇ ਉਜਾੜ ਤੇ ਲੱਗੇ। ਪਤਾ ਹੈ ਇਹਨਾਂ ਨੂੰ ਕਿ ਧਰਮ ਕੀ ਹੈ, ਪਰਮਾਤਮਾ ਦੀ ਪ੍ਰਾਪਤੀ ਕੀ ਹੈ, ਉਹਦਾ ਮਾਰਗ ਕੀ ਹੈ, ਸਾਰਾ ਪਤਾ ਉਹਨਾਂ ਨੂੰ। ਬਟ ਇਹ ਆਪ ਕਹਿੰਦੇ ਉਜੜੇ ਪਏ ਆ ਔਰ ਸੰਸਾਰ ਨੂੰ ਵੀ ਉਜਾੜਦੇ। ਆਹ ਸੀ ਮਹਾਰਾਜ ਦਾ ਕਰ। ਫਿਰ ਅਸੀਂ ਆਸਾ ਦੀ ਵਾਰ ਦੇ ਵਿੱਚ ਇੱਕ ਪੰਕਤੀ ਪੜ੍ਹਦੇ ਹਾਂ, ਉਹ ਸਾਰਾ ਇਹਦੇ ਵਿੱਚ ਨਾ ਆਵੇਗਾ ਵਿਸਥਾਰ। ਜਤੀ ਸਦਾਵੇ, ਆਪਣੇ ਆਪ ਨੂੰ ਕਹਿੰਦਾ ਮੈਂ ਜਤੀ ਹਾਂ, ਮੈਂ ਆਪਣੀਆਂ ਇੰਦਰੀਆਂ ਤੇ ਕਾਬੂ ਪਾਇਆ ਹੋਇਆ, ਬ੍ਰਹਮਚਰਿਆ ਨੂੰ ਮੈਂ ਧਾਰਨ ਕੀਤਾ। ਜਤੀ ਸਦਾਵੇ ਜੁਗਤ ਨਾ ਜਾਣੇ, ਛੱਡ ਬਹਿ ਘਰ ਬਾਰ। ਮਹਾਰਾਜ ਕਹਿੰਦੇ ਘਰ ਬਾਰ ਛੱਡਣ ਨਾਲ ਗੱਲ ਨਹੀਂ ਬਣੀ। ਇਸੇ ਨੂੰ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ, ਪੂਵਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ, ਅਪਦਾ ਕਾ ਮਾਰਿਆ। ਜਦੋਂ ਘਰ ਵਾਲੀ ਨੇ ਸੂਟ ਮੰਗਿਆ, ਬੱਚਿਆਂ ਨੇ ਕਾਪੀ ਪੈਨਸਲਾਂ ਮੰਗੀਆਂ, ਅਪਦਾ ਕਾ ਮਾਰਿਆ, ਗ੍ਰਹਿ ਤੇ ਨਸਤਾ, ਛੱਡ ਕੇ ਉਹਨਾਂ ਨੂੰ ਜਾ ਕੇ ਤੇ ਚਲਾ ਗਿਆ। ਦੇਸ਼ ਛੋੜ ਪਰਦੇਸੇ ਧਾਇਆ, ਦੇਸ਼ ਛੋੜ
ਦੇਸ਼ ਨੂੰ ਛੱਡ ਕੇ ਜੰਗਲਾਂ 'ਚ, ਉਹ ਜੋ ਇਹਨਾਂ ਦੇ ਹਾਲਾਤ ਆਪਾਂ ਬਿਆਨ ਕਰ ਰਹੇ ਹਾਂ, ਦੇਸ਼ ਛੋੜ ਪਰਦੇਸੇ ਤਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਹੁਣ ਇੱਥੇ ਨਾ ਇੱਕ ਥੋੜਾ ਜਿਹਾ ਹੋਰ ਮੈਂ ਇਹਦੀ ਵਿਆਖਿਆ ਕਰਦਾ ਹੁੰਨਾ। ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਹੈ ਤੇ ਬਾਹਰੋਂ ਅਸੀਂ ਅੰਦਰ ਆਏ ਹਾਂ, ਸਾਡੇ ਫਿਰ ਹਾਲਾਤ ਉਹੀ ਹੈ। ਦੇਸ਼ ਛੋੜ ਪਰਦੇਸੇ ਤਾਇਆ, ਪੰਚ ਚੰਡਾਲ, ਉਹ ਜਿਹੜੇ ਬਾਹਰ ਸੀਗੇ ਕਾਮ ਕ੍ਰੋਧ, ਫਿਰ ਅੰਦਰ ਸਾਡੇ ਬੈਠੇ ਹੋਏ ਨਾਲ। ਮਹਾਰਾਜ ਕਹਿੰਦੇ ਪੂਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸੇ ਤਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਤੇ ਇੱਕ ਇਹਨੂੰ ਮੈਂ ਹੋਰ ਆਪਾਂ ਐਕਸਪਲੇਨ ਕਰੀਏ, ਅਸੀਂ ਕੀ ਦੇਖਦੇ ਹਾਂ ਆ ਵਿਦੇਸ਼ਾਂ ਦੇ ਵਿੱਚ ਗੁਰਦੁਆਰਿਆਂ 'ਚ ਕੀ ਹੋ ਰਿਹਾ ਹਨਾ, ਤੇ ਇੱਥੋਂ ਹੀ ਗਏ ਆ। ਤੇ ਮੈਂ ਕਈ ਵਾਰੀ ਉਹਨਾਂ ਨੂੰ ਉੱਥੇ ਕਿਹਾ, ਰੱਬ ਦਾ ਵਾਸਤਾ, ਜਹਾਜ਼ ਵਿੱਚ ਚੜਨ ਤੋਂ ਪਹਿਲਾਂ ਇਹ ਪੰਜਾਂ ਨੂੰ ਛੱਡ ਕੇ ਆਉਣਾ ਸੀਗਾ। ਰਸਤੇ 'ਚ 7 ਸਮੁੰਦਰ ਸੀ, ਉਹ ਬਰਫ਼ ਨਾਲ ਜੰਮੇ ਪਏ ਆ, ਤੇ ਦੇਖਦੇ ਜਾਂਦੇ ਵਿਦੇਸ਼ਾਂ 'ਚ ਬਰਫ਼ ਹੈ, ਉਹਨਾਂ 'ਚ ਉਹਨਾਂ ਨੂੰ ਸੁੱਟ ਕੇ ਹੋਣਾ ਸੀਗਾ। ਫਿਰ ਤੁਸੀਂ ਨਾਲ ਲੈ ਕੇ ਆ ਗਏ, ਉਹੀ ਹਾਲਾਤ ਉੱਥੇ, ਇੱਥੇ ਦੇ ਹਾਲਾਤ ਫਿਰ ਉੱਥੇ ਚਲੇ ਗਏ। ਇਹੋ ਹੀ ਮਹਾਰਾਜ ਇਹਨਾਂ ਨੂੰ ਇਸ ਵਿੱਚ ਸਮਝਾਉਂਦੇ ਆ। ਉਹ ਮਹਾਰਾਜ ਨੂੰ ਸਵਾਲ ਕਰਦੇ ਆ। ਪਹਿਲਾਂ ਤੇ ਮਹਾਰਾਜ ਨੂੰ ਕੁਝ ਇਦਾਂ ਦੇ ਸਵਾਲ ਕਰਦੇ ਆ ਕਿ ਮਹਾਰਾਜ ਨੂੰ ਉਹਨਾਂ ਦੇ ਆਸ਼ੇ ਤੋਂ ਥਿੜਕਾਉਂਦੇ ਆ। ਫਿਰ ਉਸ ਤੋਂ ਬਾਅਦ ਜਦੋਂ ਮਹਾਰਾਜ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਉੱਤਰ ਦਿੰਦੇ ਆ, ਫਿਰ ਹੌਲੀ ਹੌਲੀ ਉਹ ਵੀ ਨਾ ਆਪਣੀ ਲਾਈਨ ਤੇ ਆਉਂਦੇ ਆ। ਫਿਰ ਮਹਾਰਾਜ ਦੇ ਨਾਲ ਵਿਚਾਰ ਦੇ ਵਿੱਚ ਉਹਨਾਂ ਦੀ ਸਾਂਝ। ਰਾਮਕਲੀ ਮਹੱਲਾ ਪਹਿਲਾ, ਉਚਾਰਨ ਇਦਾਂ ਕਰਨਾ, ਰਾਮਕਲੀ ਰਾਗ ਦਾ ਨਾਮ ਹੈ ਤੇ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦੇ ਬਾਰੇ। ਇਹਨਾਂ ਨੂੰ ਅਸੀਂ ਇੱਕ ਸਾਲ ਚ ਨਹੀਂ ਉਚਾਰਨ ਕਰਨਾ। ਰਾਮਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ, 3 ਹਿੱਸੇ ਹੋ ਗਏ ਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਠੀਕ ਹੈ ਜੀ। ਇੱਕ ਓੰਕਾਰ, ਉਹ ਪਰਿਪੂਰਨ ਪਰਮਾਤਮਾ ਇੱਕ ਹੈ, ਉਹ ਪ੍ਰਕਾਸ਼ਮਾਨ ਹੈ। ਉਹਦੀ ਪ੍ਰਾਪਤੀ ਜਿਹੜੀ ਹੈ ਉਹ ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਨਹੀਂ ਹੋਣੀ। ਹੁਣ ਇਸ ਨੂੰ ਮੈਂ ਜ਼ਿਆਦਾ ਨਾ ਖੋਲਾਂ, ਆਪਾਂ ਅੱਗੇ ਚਲੀਏ। ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ, ਤਿਸ ਆਗੇ ਰਹਿਰਾਸ ਹਮਾਰੀ, ਸਾਚਾ ਅਪਰ ਅਪਾਰੋ। ਮਸਤਕ ਕਾਟ ਧਰੀ ਤਿਸ ਆਗੇ, ਤਨ ਮਨ ਆਗੇ ਦਿਓ, ਨਾਨਕ ਰੁਕਣਾ, ਨਾਨਕ ਸੰਤ ਮਿਲੈ ਸੱਚ ਪਾਈਐ, ਸਹਿਜ ਭਾਏ ਜਸ ਲਿਓ। ਇਸ ਸਮਗਰ ਬਾਣੀ ਦੇ ਵਿੱਚ ਜਿਹੜੀ ਸਿੱਧ ਗੋਸ਼ਟ ਦੀ ਬਾਣੀ ਵਿੱਚ ਇੱਕ ਰਹਾਉ ਦੀ ਪੰਕਤੀ ਹੈ, ਔਰ ਸਾਰੀ ਵਿਚਾਰ ਜਿਹੜੀ ਹੈ ਉਹਦੇ ਆਲੇ ਦੁਆਲੇ ਹੀ ਘੁੰਮਦੀ ਪਈ ਹੈ। ਕਿਉਂਕਿ ਇਹ ਇੱਕ ਅਸੂਲ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹੜੀ ਵੀ ਰਹਾਉ ਦੀ ਪੰਕਤੀ ਸ਼ਬਦ ਵਿੱਚ ਹੋਵੇਗੀ, ਸਾਰੇ ਸ਼ਬਦ ਦਾ ਸਾਰ ਜਾਂ ਉਹਦੀ ਵਿਆਖਿਆ ਉਸ ਰਹਾਉ ਦੇ ਆਸੇ ਪਾਸੇ ਹੀ ਘੁੰਮਦੀ ਹੈ। ਸਿੱਧ ਸਭਾ ਕਰ ਆਸਨ ਬੈਠੇ, ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪਰਬਤ ਦੀ ਇਹ ਘਟਨਾ। ਹਾਂ, ਇੱਥੇ ਮੈਂ ਥੋੜਾ ਜਿਹਾ ਹੋਰ ਆਪ ਜੀ ਨਾਲ ਜ਼ਿਕਰ ਕਰਦੇ ਹਾਂ। ਸਿੱਧਾਂ ਦੇ ਨਾਲ ਮਹਾਰਾਜ ਜੀ ਦੀ ਵਿਚਾਰ ਆਪਾਂ ਕੱਲ ਵੀ ਵਿਚਾਰ ਕੀਤਾ ਸੀ, 4 ਥਾਵਾਂ ਤੇ ਹੋਈ ਹੈ। ਔਰ ਇਹ ਜੋ 4 ਥਾਵਾਂ ਦੀ ਵਿਚਾਰਧਾਰਾ, ਇਹ ਜਦੋਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆਏ ਹੈ, ਮੇਲਾ ਸੁਣ ਸ਼ਿਵਰਾਤ ਦਾ, ਉਸ ਤੋਂ ਬਾਅਦ ਵਿੱਚ ਮਹਾਰਾਜ ਮੁਲਤਾਨ ਗਏ ਆ। ਮੁਲਤਾਨ ਤੋਂ ਜਦੋਂ ਵਾਪਸ ਆਏ ਆ, ਉਦੋਂ ਉਹਨਾਂ ਨੂੰ ਬਾਬਾ ਲਹਿਣਾ ਜੀ ਨੇ ਬੇਨਤੀ ਕੀਤੀ ਕਿ ਉਦੋਂ ਹਲੇ ਬਾਬਾ ਲਹਿਣਾ ਜੀ ਸੀਗੇ, ਬਾਬਾ ਲਹਿਣਾ ਜੀ ਨੇ ਬੇਨਤੀ ਕੀਤੀ ਹੈ ਵੀ ਤੁਹਾਡੀ ਸਿੱਧਾਂ ਨਾਲ ਕੀ ਵਿਚਾਰ ਹੋਈ ਹੈ, ਜੋ ਇਤਿਹਾਸਕਾਰਾਂ ਦੀ ਰਾਏ ਹੈ ਮੈਂ ਉਹੀ ਲੈ ਕੇ ਚੱਲਾਂਗਾ। ਸੋ ਕਹਿਣ ਤੋਂ ਭਾਵ ਕਿ 1539 ਨੂੰ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਆ। ਜੋਤੀ ਜੋਤ ਸਮਾਉਣ ਤੋਂ ਥੋੜਾ ਜਿਹਾ ਸਮਾਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਇਹ ਬਾਣੀ ਜਿਹੜੀ ਹੈ ਕਰਤਾਰਪੁਰ ਦੀ ਧਰਤੀ ਤੇ ਸੰਗ੍ਰਹਿ ਕੀਤੀ। ਇਹਨੂੰ ਲਿਖਤੀ ਰੂਪ ਜਿਹੜਾ ਮਹਾਰਾਜ ਨੇ ਕਰਤਾਰਪੁਰ ਦੀ ਧਰਤੀ ਤੇ ਵੱਖ-ਵੱਖ ਥਾਵਾਂ ਤੇ ਨਾਨਕਮਤੇ, ਸਭ ਤੋਂ ਪਹਿਲੀ ਨਾਨਕਮਤੇ ਦੀ ਹੈ, ਫਿਰ ਸੁਮੇਰ ਪਰਬਤ ਦੀ ਹੈ, ਫਿਰ ਆਪਣਾ ਅਚਲ ਬਟਾਲੇ ਦੀ ਹੈ, ਫਿਰ ਉਸ ਤੋਂ ਬਾਅਦ ਮਹਾਰਾਜ ਮੁਲਤਾਨ ਗਏ ਆ। ਇਹ 4 ਥਾਵਾਂ ਦੇ ਜਿਹੜੇ ਮਹਾਰਾਜ ਦੇ ਸਵਾਲ ਜਵਾਬ ਸੀਗੇ ਉਹਨਾਂ ਦੇ, ਉਹ ਮਹਾਰਾਜ ਨੇ ਕਰਤਾਰਪੁਰ ਦੀ ਧਰਤੀ ਤੇ ਭਾਈ ਲਹਿਣਾ ਜੀ ਦੇ ਕਹਿਣ ਤੇ ਮਹਾਰਾਜ ਨੇ ਉਹਨਾਂ ਨੂੰ ਇਹ ਸਮਝਾਇਆ, ਉਹਨਾਂ ਨੂੰ ਇਹ ਸੁਣਾਇਆ, ਔਰ ਇਹ ਬਾਣੀ ਨੂੰ ਮਹਾਰਾਜ ਨੇ ਸੰਗ੍ਰਹਿ ਕਰਕੇ ਇਕੱਤਰ ਕਰਕੇ ਮਹਾਰਾਜ ਨੇ ਇਹਨੂੰ ਇਕੱਤਰ ਕੀਤਾ। ਇਹ ਕਰਤਾਰਪੁਰ ਧਰਤੀ ਤੇ। ਇੱਥੇ ਜਦੋਂ ਸਿੱਧਾਂ ਨੂੰ ਪਤਾ ਲੱਗਾ ਕਿ ਨਾਨਕ ਤਪਾ ਆ ਰਿਹਾ, ਪਹਿਲੀ ਪੰਕਤੀ ਸਾਨੂੰ ਕੀ ਦੱਸ ਰਹੀ ਹੈ, ਇਹ ਸਿੱਧ ਨਾ
400 500 ਸਾਲ ਇਹਨਾਂ ਦੀ ਉਮਰ ਸੀਗੀ। ਤੇ ਇਹਨਾਂ ਨੇ ਕੀ ਕੀਤਾ, ਸਾਰਿਆਂ ਨੇ ਨਾ ਆਸਣ ਲਾ ਕੇ ਬਹਿ ਗਏ ਆਪਣੇ ਆਪਣੇ। ਆਸਣ ਲਾਉਣ ਦਾ ਮਤਲਬ ਹੈ ਜਦੋਂ ਸਾਡੇ ਘਰ ਵਿੱਚ ਵੀ ਕੋਈ ਛੋਟਾ ਆਵੇ, ਇਹ ਮੰਨਦੇ ਸੀਗੇ ਬਾਲਾ ਬੱਚਾ ਮੰਨਦੇ ਸੀਗੇ, ਤੇ ਜਦੋਂ ਕੋਈ ਆਵੇ ਤੇ ਅਸੀਂ ਕਹਿੰਦੇ ਆ ਕੇ ਸਾਨੂੰ ਬੁਲਾਵੇ, ਇਦਾਂ ਹੀ ਹੁੰਦਾ ਨਾ, ਬਾਹਰੋਂ ਆ ਰਿਹਾ ਸਾਨੂੰ ਬੁਲਾਵੇ। ਉਹਨਾਂ ਦੇ ਮਨ 'ਚ ਇਹ ਸੀਗਾ ਕਿ ਗੁਰੂ ਨਾਨਕ ਦੇਵ ਜੀ ਆ ਕੇ ਸਾਨੂੰ ਡੰਡੌਤ ਬੰਧਨ ਕਰਨਗੇ। ਬੜੇ ਧਿਆਨ ਨਾਲ ਸਿੱਧ ਸਭਾਕਰ ਆਸਣ ਬੈਠੇ, ਆਪਣਾ ਆਸਣ ਲਗਾ ਕੇ ਉੱਥੇ ਬੈਠ ਗਏ ਸੀਗੇ। ਹੁਣ ਜਦੋਂ ਮਹਾਰਾਜ ਇਹਨਾਂ ਦੇ ਸਨਮੁਖ ਹੋਏ ਆ, ਸੁਮੇਰ ਪਰਬਤ ਤੇ ਪਹੁੰਚੇ ਆ, ਮਹਾਰਾਜ ਨੇ ਇਹਨਾਂ ਦੇ ਦਰਸ਼ਨ ਕੀਤੇ ਆ, ਤੇ ਮਹਾਰਾਜ ਨੇ ਸਾਰਿਆਂ ਨੂੰ ਸਾਂਝੇ ਰੂਪ 'ਚ ਕਹਿਤਾ, ਸੰਤ ਸਭਾ ਜੈਕਾਰੋ। ਕਹਿੰਦੇ ਮੈਂ ਤੁਹਾਡੀ ਜੈ ਜੈਕਾਰ ਕਰਦਾ। ਜਿੱਦਾਂ ਆਪਾਂ ਵੀ ਕਹਿ ਦਿੰਦੇ ਹਾਂ ਸਾਂਝੇ ਤੌਰ ਤੇ ਫਤਿਹ ਬੁਲਾ ਦਿੰਦੇ ਆ, 10-12 ਹੋਣ ਇਕੱਲੇ ਇਕੱਲੇ ਨੂੰ ਬੁਲਾਉਣ ਦੀ ਬਜਾਏ ਸੰਤ ਸਭਾ ਜੈਕਾਰ। ਮਹਾਰਾਜ ਸਿੱਧ ਸਭਾ ਕਰ, ਸਿੱਧ ਦੇ ਅਰਥ ਆਪਾਂ ਕਰ ਗਏ ਸੀ ਕੱਲ, ਕਿ ਸਿੱਧ ਦਾ ਅਰਥ ਇੱਕ ਹੈ ਜਿਹੜਾ ਪੁੱਗਿਆ ਹੋਇਆ ਜੋਗੀ ਹੈ, ਪਹੁੰਚਿਆ ਹੋਇਆ, ਇੱਕ ਤੇ ਇਹ ਹੈ। ਦੂਸਰਾ ਇਹਦੇ ਵਿੱਚ ਹੀ 32ਵੀਂ ਜਿਹੜੀ ਪੌੜੀ ਹੈ, 32ਵੀਂ ਜਾਂ 33ਵੀਂ ਨੂੰ ਵਿਸਰ ਰਹੀ ਹੈ, ਦੋਵਾਂ 'ਚ ਇੱਕ ਹੈ। ਉਹਦੇ ਵਿੱਚ ਸਿੱਧ ਦੀ ਅਰਥ ਜਿਹੜੇ ਆ ਉਹ ਕੀਤੀ ਆ ਪਰਿਪੂਰਨ ਪਰਮਾਤਮਾ ਨਾਮ ਰਤੇ ਸਿੱਧ ਗੋਸ਼ਟ ਹੋਈ, ਤੇ ਗੋਸ਼ਟ ਦਾ ਅਖਰੀ ਅਰਥ ਹੈ ਵਿਚਾਰਧਾਰਾ, ਤੇ ਗੋਸ਼ਟ ਦਾ ਉੱਥੇ ਜਿਹੜਾ ਅਰਥ ਆ ਰਿਹਾ 32ਵੀਂ ਪੌੜੀ 'ਚ ਉਹ ਆ ਰਿਹਾ ਮਿਲਾਪ। ਨਾਮ ਰਤੇ ਸਿੱਧ ਗੋਸ਼ਟ ਹੋਈ। ਸੋ ਸਿੱਧ ਦੇ ਅਰਥ ਦੋ ਹੈ, ਇੱਕ ਤਾਂ ਪੁੱਗਿਆ ਹੋਇਆ ਜੋਗੀ, ਦੂਸਰਾ ਜਿਹੜਾ ਹੈ ਪਰਿਪੂਰਨ ਪਰਮਾਤਮਾ ਨੂੰ ਵੀ ਕਿਹਾ ਗਿਆ। ਤੇ ਗੋਸ਼ਟ ਦਾ ਅਖਰੀ ਅਰਥ ਹੈ ਵਿਚਾਰਧਾਰਾ, ਵਿਚਾਰ ਕਰਨੀ, ਸੰਵਾਦ ਕਰਨਾ, ਤੇ ਗੋਸ਼ਟ ਦਾ ਦੂਸਰਾ ਅਰਥ ਜਿਹੜਾ ਉਹ ਹੈ ਮਿਲਾਪ। ਇੱਥੇ ਮਹਾਰਾਜ ਕਹਿੰਦੇ ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ ਤਿਸ ਆ ਗਏ। ਉੱਥੇ ਵੀ ਸਵਾਲ ਆਇਆ, ਕਹਿੰਦੇ ਤੁਸੀਂ ਕਿਹਦੇ ਅੱਗੇ ਡੰਡੌਤ ਬੰਦਨਾ ਕਰਦੇ ਹੋ? ਮਹਾਰਾਜ ਕਹਿੰਦੇ ਤਿਸ ਆ ਗਏ। ਰਹਿਰਾਸ, ਰਹਿਰਾਸ ਦੇ ਅਰਥ ਹੈ, ਇੱਕ ਤਾਂ ਅਰਥ ਹੈ ਰਹਿਰਾਸ ਦਾ ਰਸਤੇ ਦੀ ਪੂੰਜੀ, ਰਸਤੇ ਦੀ। ਦੂਸਰਾ ਰਹਿਰਾਸ ਦਾ ਅਰਥ ਹੈ ਬੇਨਤੀ ਕਰਨੀ ਜਾਂ ਕਿਸੇ ਦੇ ਅੱਗੇ ਝੁਕਣਾ। ਅਸੀਂ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਪੜ੍ਹਦੇ ਆ, ਮਾਫ ਕਰਨਾ ਉਹਨਾਂ ਦਾ, ਭਾਈ ਗੁਰਦਾਸ ਜੀ ਦਾ। ਮਹਾਰਾਜ ਕਹਿੰਦੇ ਆ ਕਿ ਜਦੋਂ ਮਹਾਰਾਜ ਕਿਸੇ ਨੂੰ ਸਿੱਖੀ ਦੇ ਵਿੱਚ ਲੈ ਕੇ ਆਉਂਦੇ ਸੀ ਨਾ, ਚਰਨ ਧੋਏ ਰਹਿਰਾਸ ਕਰ, ਚਰਨਾ ਮ੍ਰਿਤ ਸਿੱਖਾਂ ਪਿਲਾਇਆ। ਰਹਿਰਾਸ ਦਾ ਅਰਥ ਨਿਵਣਾ ਵੀ ਹੈ, ਝੁਕਣਾ ਵੀ ਹੈ। ਤੇ ਇੱਕ ਅਸੀਂ ਨਾ ਆਪਣੇ ਬਾਬਾ ਬਲਵੰਡ ਜੀ ਤੇ ਸੱਤਾ ਜੀ ਦੀ ਵਾਰ ਪੜ੍ਹਦੇ ਆ, ਨੌ ਕਰਤਾ ਕਾ ਦਰ ਕਰੀਮ ਕਿਉ ਬੋਲ ਹੋਵੇ ਜੋ ਕੀਵ ਦੇ ਗੁਨਾ ਸਤ ਭੈਣ ਭਰਾਵ ਹੈ, ਪਰ ਰੰਗਤ ਦਾਨ ਪੜੀਵ ਦੇ, ਨਾਨਕ ਰਾਜ ਚਲਾਇਆ ਸਚਕੋਟ ਸਤਾਨੀ ਨੀਵ ਦੇ, ਲਹਿਨੇ ਧਰਿਓ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੇ। ਇਹ 'ਚ ਪੰਕਤੀ ਆਉਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਾ ਲਹਿਣਾ ਜੀ ਨੂੰ ਆਪਣੀ ਹਯਾਤੀ ਦੇ ਵਿੱਚ ਉਹਨਾਂ ਨੇ ਉਹਨੂੰ ਰਹਿਰਾਸ ਕਰ ਦਿੱਤਾ। ਰਹਿਰਾਸ ਮੈਨੇ ਉਹਨਾਂ ਦੇ ਚਰਨਾਂ ਦੇ ਵਿੱਚ ਮਹਾਰਾਜ ਨੇ ਮੱਥਾ ਟੇਕ ਦਿੱਤਾ। ਸੋ ਰਹਿਰਾਸ ਦਾ ਅਰਥ ਇੱਥੇ ਫਿਰ ਉਹ ਕਹਿੰਦੇ ਵੀ ਤੁਸੀਂ ਕਿਹਦੇ ਅੱਗੇ ਝੁਕਦੇ ਹੋ? ਤੇ ਮਹਾਰਾਜ ਕਹਿੰਦੇ ਤਿਸ ਆਗੇ ਰਹਿਰਾਸ ਹਮਾਰੀ, ਉਹਦੇ ਅੱਗੇ ਮੈਂ ਝੁਕਦਾ ਜਿਹੜਾ ਸਾਚਾ ਅਪਰ ਅਪਾਰੋ ਹੈ, ਜਿਹੜਾ ਹਮੇਸ਼ਾ ਹੀ ਰਹਿਣ ਵਾਲਾ ਹੈ, ਅਪਰ ਅਪਾਰੋ ਹੈ, ਜਿਹੜਾ ਸਾਡੀ ਪਹੁੰਚ ਤੋਂ ਦੂਰ ਹੈ, ਸਾਚਾ ਅਪਰ ਅਪਾਰੋ। ਫਿਰ ਮਹਾਰਾਜ ਅੱਗੇ ਕਹਿੰਦੇ ਮਸਤਕ ਕਾਟ ਧਰੀ ਤਿਸ ਆਗੇ, ਤਨ ਮਨ ਆਗੇ ਦਿਓ, ਤਨ ਮਨ ਆਗੇ ਦਿਓ। ਅਸੀਂ ਬਚਨ ਪੜ੍ਹਦੇ ਹਾਂ ਇੱਕ ਆਨੰਦ ਸਾਹਿਬ ਦੀ ਬਾਣੀ ਵਿੱਚ, ਤਨ ਮਨ ਧਨ ਸਭ ਸੌਂਪ ਇਹ ਸਮਰਪਿਤ ਹੈ ਜੀ। ਇਹ ਆਪਣੀ ਹੱਥ ਖੜੇ ਕਰਨੀ ਹੈ, ਸਰੰਡਰਤਾ ਹੈ ਪਰਮਾਤਮਾ ਦੇ ਅੱਗੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਇੱਕ ਹੋਰ ਬਚਨ ਅਸੀਂ ਪੜ੍ਹਦੇ ਆ, ਮਸਤਕ ਕਾਠ ਦੇ ਉੱਪਰ ਆਉਣ ਲੱਗਾ, ਸਿਰ ਵੱਢ ਕੇ ਜਿਹਨੂੰ ਆਪਾਂ ਕਹਿ ਲਈਏ। ਤੈ ਸਾਹਿਬ ਕੀ ਬਾਤ ਜੇ ਆਖੇ, ਇਹ ਬਚਨ ਹੈ ਗੁਰੂ ਨਾਨਕ ਦੇਵ ਜੀ ਦਾ ਵਡਹੰਸ ਰਾਗ। ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ, ਜਿਹੜਾ ਮੈਨੂੰ ਗੁਰੂ ਦੀ ਗੱਲ ਸੁਣਾਵੇ ਮੈਂ ਉਹਨੂੰ ਕੀ ਭੇਟ ਕਰਾਂ। ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੇ, ਵਿਨ ਸਿਰ ਸੇਵ ਕਰੀਜੇ। ਕਹਿੰਦੇ ਮੈਂ ਸਿਰ ਵੱਢ ਕੇ ਨਾ ਤੇ ਉਹਦੇ ਵਾਸਤੇ ਮੂੜਾ ਬਣਾ ਦਿਆਂ, ਤੇ ਉਹਨੂੰ ਕਹਾਂ ਤੂੰ ਮੂੜੇ ਤੇ ਬੈਠ ਤੇ ਮੈਂ ਤੇਰੇ ਵਾਸਤੇ ਸੇਵਾ ਕਰਾਂ, ਚਾਹ ਪਾਣੀ ਪ੍ਰਸ਼ਾਦਾ ਲੈ ਕੇ ਆਵਾਂ। ਕਮਾਲ ਦੀ ਗੱਲ ਹੈ, ਕਿੰਨੀ ਗੁਰੂ ਨੂੰ ਸਮਰਪਿਤਾ ਹੈਗੀ ਹੈ।
ਗੁਰੂ ਨਾਨਕ ਦੇ ਘਰ ਦੇ ਵਿੱਚ ਮਸਤਕ ਕਾਟ ਕਰੀ ਤਿਸ ਆ ਗਏ, ਮੈਂ ਉਹਦੇ ਅੱਗੇ ਆਪਣਾ ਸਿਰ ਕਹਿੰਦੇ ਵੱਢ ਕੇ ਕਹਿੰਦੇ ਰੱਖ ਦਿਆਂ। ਤੇ ਅਸੀਂ ਇੱਕ ਬਚਨ ਵੀ ਪੜ੍ਹਦੇ ਹਾਂ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਥੇ ਮਹਾਰਾਜ ਕਹਿੰਦੇ ਮਸਤਕ ਕਾਟ ਕਰੀ ਤਿਸ ਆ ਗਏ, ਤਨ ਮਨ ਆਗੇ ਦਿਓ। ਅੱਗੇ ਫੇ ਮਹਾਰਾਜ ਕਹਿੰਦੇ ਨਾਨਕ ਸੰਤ ਮਿਲੈ ਸੱਚ ਪਾਈਐ, ਨਾਨਕ ਸੰਤ ਮਿਲੈ ਸੱਚ ਪਾਈਏ। ਜੇਕਰ ਕੋਈ ਬਾਣੀ ਪੜਨ ਵਾਲੀ ਰੂਹ ਸਾਨੂੰ ਮਿਲ ਜਾਵੇ, ਵੈਸੇ ਸੰਤ ਦੇ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ 4 ਆਏ ਹੈ। ਸੰਤ ਪਰਿਪੂਰਨ ਪਰਮਾਤਮਾ ਨੂੰ ਵੀ ਕਿਹਾ ਗਿਆ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ, ਹਰ ਕਿਰਪਾ ਤੇ। ਇੱਥੇ ਸੰਤ ਉਹ ਹੈ ਜਿਹੜਾ 5 ਭੂਤਕ ਸਰੀਰ ਦੀ ਗੱਲ ਕਰ ਰਿਹਾ। ਭਾਗ ਹੁਆ, ਭਾਗ ਹੁਆ ਗੁਰ। ਹੁਣ ਗੁਰੂ ਨੇ ਸਾਨੂੰ ਨੀਵੇਂ ਥਾਂ ਨਹੀਂ ਛੱਡਣਾ, ਗੁਰੂ ਨੇ ਸਾਨੂੰ ਉੱਚੇ ਥਾਂ ਛੱਡਣਾ। ਭਾਗ ਹੁਆ ਗੁਰ ਸੰਤ ਮਿਲਾਇਆ। ਇੱਥੇ ਸੰਤ ਦੇ ਅਕਰੀ ਅਰਥ ਹੈ ਪਰਿਪੂਰਨ ਪਰਮਾਤਮਾ। ਇੱਥੇ ਸੰਤ ਦੇ ਅਰਥ ਕੀ ਹੈ? ਪਰਿਪੂਰਨ ਪਰਮਾਤਮਾ। ਫਿਰ ਹੋਰ ਸੰਤ ਸ਼ਬਦ ਬਾਣੀ ਦੇ ਵਿੱਚ ਸੰਗਤ ਨੂੰ ਵੀ ਕਿਹਾ ਗਿਆ ਜੀ। ਸੰਤੋ ਭਗਤ ਕਬੀਰ ਜੀ ਕਹਿੰਦੇ ਉਹ ਸੰਗਤ ਵਿੱਚ ਬੈਠਣ ਵਾਲਿਓ, ਸੰਤੋ ਮਨ ਪਵਨੇ ਸੁਖ ਬਣਿਆ, ਕਿਛ ਜੋਗ ਪਰਾਪਤ ਗਣਿਆ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਮੂਦ ਲਿਏ ਦਰਵਾਜੇ, ਬਾਜੀ ਅਲੇ ਅਨਹਦ। ਇੱਥੇ ਸੰਤ ਸ਼ਬਦ ਜਿਹੜਾ ਉਹ ਆ ਜਿਹੜੀ ਪਿਆਰੀ ਸੰਗਤ ਹੈ ਉਹਨੂੰ ਵੀ ਕਿਹਾ ਗਿਆ। ਤੇ ਇੱਕ ਸੰਤ ਉਹਨੂੰ ਕਿਹਾ ਗਿਆ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ, ਪੂਰਨ ਸੋਈ ਸੰਤ। ਮਹਾਰਾਜ ਇੱਥੇ ਕਹਿੰਦੇ ਐ ਨਾਨਕ ਸੰਤ ਮਿਲੇ ਸੱਚ ਪਾਈਐ। ਅਗਰ ਕਿਤੇ ਸਾਨੂੰ ਕੋਈ ਐਸੀ ਰੱਬੀ ਰੂਹ ਮਿਲ ਜਾਵੇ, ਬਾਣੀ ਪੜਨ ਵਾਲੀ ਰੂਹ ਮਿਲ ਜਾਵੇ, ਤੇ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਉਹ ਸਾਡਾ ਮਿਲਾਪ ਕਰਵਾ ਦੇਣਗੇ। ਜਾਂ ਕੋਈ ਗੁਰੂ ਮਿਲ ਜਾਵੇ ਤੇ ਉਹ ਗੁਰੂ ਜਿਹੜਾ ਸਾਨੂੰ ਪਰਿਪੂਰਨ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਜਿਹੜਾ ਉਹ ਕਰਵਾ ਦੇਵੇਗਾ। ਸਹਿਜ ਭਾਏ, ਇੱਥੇ ਆ ਜਿਹੜਾ ਸਹਿਜ ਭਾਏ ਸ਼ਬਦ ਹੈ ਨਾ, ਇਸ ਨੂੰ ਮਹਾਰਾਜ ਸਿੱਧਾਂ ਨੂੰ ਆਹ ਚੀਜ਼ ਸਮਝਾਉਣਾ ਚਾਹੁੰਦੇ ਆ ਕਿ ਜਿਹੜੇ ਤੁਸੀਂ ਜਾਦੂ ਤੇ ਮੰਤਰਾਂ ਦਾ ਜਾਲ ਵਿਛਾਇਆ ਹੋਇਆ ਨਾ, ਇਹਨੂੰ ਛੱਡ ਕੇ ਮਹਾਰਾਜ ਕਹਿੰਦੇ ਸਹਿਜ ਦੀ ਅਵਸਥਾ ਦੇ ਵਿੱਚ ਆਓ। 3 ਅਵਸਥਾਵਾਂ ਦਾ ਜ਼ਿਕਰ ਹੈ ਜੀ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਅਸੀਂ ਸਾਰੀ ਉਮਰ ਇਹਨਾਂ ਦੇ ਵਿੱਚ ਹੀ ਅਸੀਂ ਲਗਾ ਦਿੰਦੇ ਹਾਂ। ਜਿਹੜਾ ਚੌਥੀ ਅਵਸਥਾ ਵੈ, ਨਿਰਵਾਣ ਪਦ ਕਹੀਏ ਜਾਂ ਸਹਿਜ ਪਦ ਕਹੀਏ, ਮਹਾਰਾਜ ਕਹਿੰਦੇ ਉਸ ਅਵਸਥਾ ਜਿਹਨੂੰ ਕਹਿੰਦੇ ਆ ਅਡੋਲਤਾ, ਜਿਹਨੂੰ ਕਹਿੰਦੇ ਆ ਅਡੋਲਤਾ। ਨਾਨਕ ਸੰਤ ਮਿਲੇ ਸੱਚ ਪਾਈਐ, ਸਹਿਜ ਭਾਏ। ਸਹਿਜ ਦੀ ਅਵਸਥਾ ਦੇ ਵਿੱਚ ਆ, ਜਸ ਲਿਓ, ਫਿਰ ਤੈਨੂੰ ਸੰਸਾਰ ਦੇ ਵੱਲੋਂ ਜਿਹੜਾ ਹੈਗਾ ਉਹ ਤੈਨੂੰ ਜਸ ਜਿਹੜਾ ਮਿਲੇਗਾ। ਲਾਹੌਰ ਦੀ ਪੰਕਤੀ, ਕਿਆ ਭਵਿਐ, ਕਿੱਥੇ ਤੂੰ ਕਹਿੰਦੇ ਘੁੰਮਦਾ ਫਿਰਦਾ ਫਰੀਦਾ, ਜੰਗਲ ਜੰਗਲ ਕਿਆ ਭਵੇਂ, ਵਨ ਕੰਡਾ ਮੋੜੇ, ਵਸੀ ਰੱਬ ਉਹ ਤੇਰੇ ਅੰਦਰ ਬੈਠਾ ਹੋਇਆ। ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ, ਕਿਆ ਭਵੀਐ, ਕਿੱਥੇ ਕਹਿੰਦੇ ਘੁੰਮਦਾ ਫਿਰਦਾ। ਕਿਉਂਕਿ ਜਿਹੜਾ ਵੀ ਇਨਸਾਨ ਇਸ ਰੂਹੇ ਜ਼ਮੀਨ ਤੇ ਆਇਆ ਨਾ, ਉਹਦੀ ਖਾਹਿਸ਼ ਹੈ ਜੀ ਮੈਂ ਪਰਮਾਤਮਾ ਨੂੰ ਮਿਲਣਾ, ਮੈਨੂੰ ਪਰਮਾਤਮਾ ਮਿਲ ਜਾਵੇ। ਉਹਨੂੰ ਫਿਰ ਇਹ ਨਹੀਂ ਪਤਾ ਕਿ ਮੇਰਾ ਰਸਤਾ ਕਿਹੜਾ। ਉਹ ਮਹਾਰਾਜ ਰਸਤਾ ਸਮਝਾਉਂਦੇ ਪਏ ਆ। ਇੱਕ ਹੋਰ ਬਚਨ ਪੜ੍ਹਦੇ ਆ ਆਪਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਕਿੱਥੇ ਚੱਲਿਆ ਕਹਿੰਦੇ ਰੱਬ ਨੂੰ ਲੱਭਣ ਵਾਸਤੇ। ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਸਰਬ ਨਿਵਾਸੀ ਸਦਾ ਅਲੇਪਾ, ਜਿਹਨੂੰ ਕੋਈ ਦਾਗ ਨਹੀਂ ਹੈ ਉਹ ਦਾਗ ਤੋਂ ਰਹਿਤ ਹੈ। ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਪੋਹਪ ਮਦ ਜਿਉ ਬਾਸ ਬਸਤ ਹੈ, ਜਿਸ ਤਰ੍ਹਾਂ ਇੱਕ ਫੁੱਲ ਦੇ ਅੰਦਰ ਕਹਿੰਦੇ ਸੁਗੰਧੀ ਹੈ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ,
ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ। ਉਹਨੂੰ ਅੰਦਰੋਂ ਲੱਭ ਕਹਿੰਦੇ, ਉਹਨੂੰ ਅੰਦਰੋਂ ਲੱਭ, ਬਾਹਰ ਨਹੀਂ ਆਓ। ਪੋਹਪ ਫੁੱਲ ਦੇ ਵਿੱਚ ਸੁਗੰਧੀ ਬਿਲਕੁਲ ਹੁੰਦੀ ਹੈ ਜੀ। ਉਹਦੇ ਲਾਗੇ ਕੋਈ ਅਮੀਰ ਆ ਜਾਵੇ, ਗਰੀਬ ਆ ਜਾਵੇ, ਮੈਲੇ ਕੱਪੜਿਆਂ ਵਾਲਾ ਆ ਜਾਏ, ਸੁੰਦਰ ਕੱਪੜਿਆਂ ਵਾਲਾ ਆ ਜਾਏ, ਉਹਨਾਂ ਨੂੰ ਸੁਗੰਧੀ ਮਿਲਣੀ ਮਿਲਣੀ। ਮੁੱਕਰ ਮਾਹੇ ਜੈਸੇ ਸ਼ਾਈ, ਮੁੱਕਰ ਦੇ ਅੱਖਰੀ ਅਰਥ ਕੀਤੇ ਹੈ ਸ਼ੀਸ਼ਾ, ਮੁੱਕਰ ਦੇ ਅਰਥ ਕੀਤੇ ਹੈ ਦਰਪਣ। ਦਰਪਣ ਨੂੰ ਤੁਸੀਂ ਜਿੰਨੇ ਮਰਜ਼ੀ ਕੱਪੜਿਆਂ ਨਾਲ ਢੱਕ ਦਵੋ, ਉਹਨਾਂ ਕੱਪੜਿਆਂ ਦਾ ਪ੍ਰਤੀਬਿੰਬ ਉਹਦੇ ਵਿੱਚ ਬਣਨਾ ਹੀ ਬਣਨਾ। ਜੇ ਚੱਕ ਦੋਗੇ ਤੁਸੀਂ ਖੜੇ ਹੋ ਜਾਓਗੇ, ਆਪਾਂ ਖੜੇ ਹੋ ਜਾਾਂਗੇ, ਸਾਡਾ ਬਣ ਜਾਵੇਗਾ। ਮਹਾਰਾਜ ਕਹਿੰਦੇ ਇਦਾਂ ਕਹਿੰਦੇ ਰੱਬ ਹੈ। ਕਹਿੰਦੇ ਕਿਆ ਭਵੀਏ, ਇੱਕ ਤਾਂ ਇਹ ਹੋ ਗਿਆ। ਹੁਣ ਦੂਜੇ ਇਹਦੇ ਹੋਰ ਅਰਥ ਕਰੀਏ। ਉਸ ਸਮੇਂ ਅੱਗੇ ਉਹਨਾਂ ਨੇ ਕਹਿਣਾ ਕਿ ਅਸੀਂ ਤੀਰਥਾਂ ਤੇ ਜਾਂਦੇ ਆ, ਆਹ ਕੁਛ ਕਰਦੇ ਆ। ਤੀਰਥਾਂ ਤੇ ਜਾਣ ਦਾ ਮਹਾਰਾਜ ਕਹਿੰਦੇ ਫਾਇਦਾ ਕੀ ਹੈ? ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਤੀਰਥ ਨਾਵਾ ਜੇ ਤਿਸ, ਪਹਿਲਾਂ ਉਹਨੂੰ ਤਾਂ ਪੁੱਛ ਲੈ, ਪਹਿਲਾਂ ਉਹਨੂੰ ਤਾਂ ਪੁੱਛ ਲੈ ਕਹਿੰਦੇ ਕਿ ਮੈਂ ਆਹ ਕੰਮ ਕਹਿੰਦੇ ਕਰਨ ਚੱਲਿਆ। ਮਹਾਰਾਜ ਕਹਿੰਦੇ ਆ ਤੀਰਥ ਨਾਵਣ ਜਾਊ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤੇਰਾ ਤੀਰਥ ਤੂੰ ਸ਼ਬਦ ਦੀ ਵਿਚਾਰ ਨਾਲ ਕਹਿੰਦੇ ਜੁੜ ਜਾ, ਇਹੀ ਤੇਰਾ ਕਹਿੰਦੇ ਤੀਰਥ ਹੈ, ਇਹੀ ਤੇਰਾ ਕੀ ਹੈ? ਤੀਰਥ ਹੈ। ਹਾਂ, ਇੱਕ ਮੈਂ ਹੋਰ ਬੇਨਤੀ ਕਰਾਂ, ਮਹਾਰਾਜ ਨੇ ਤੀਰਥ ਤੇ ਜਾਣ ਤੋਂ ਸਾਨੂੰ ਵਰਜਿਆ ਨਹੀਂ ਹੈ, ਪਰ ਮਹਾਰਾਜ ਕਹਿੰਦੇ ਆ ਉਸ ਪਰਮਾਤਮਾ ਨੂੰ ਪੁੱਛ ਕੇ ਜਾ ਵੀ ਮੈਂ ਉੱਥੇ ਚੱਲਿਆ ਤੇ ਉੱਥੇ ਜਾਣ ਦੇ ਅਸੂਲ ਕੀ ਹੈ। ਹੁਣ ਇੱਕ ਛੋਟੀ ਜਿਹੀ ਉਦਾਹਰਨ, ਦਰਬਾਰ ਸਾਹਿਬ ਸਾਡੇ ਵਾਸਤੇ ਤੀਰਥ ਹੈ, ਪਰ ਜੇ ਅਸੀਂ ਉੱਥੇ ਜਾ ਕੇ ਫੋਟੋਆਂ ਹੀ ਖਿੱਚੀ ਗਏ ਜਾਂ ਹੋਰ ਕੁਝ ਕਰੀ ਗਏ, ਮੈਂ ਬੇਨਤੀ ਕਰਦਾ ਹੁੰਨਾ, ਪ੍ਰੋਫੈਸਰ ਪੂਰਨ ਸਿੰਘ ਇੱਕ ਬੜੀ ਪਿਆਰੀ ਗੱਲ ਕਰਦੇ ਆ ਜੀ। ਕਹਿੰਦੇ ਸਿੱਖਾ ਜਦੋਂ ਤੂੰ ਦਰਬਾਰ ਸਾਹਿਬ ਜਾਣਾ ਨਾ, ਦੌੜ ਕੇ ਜਾਇਆ ਕਰ। ਦੌੜ ਦਾ ਮਤਲਬ ਹੈ ਜਲਦੀ ਜਲਦੀ। ਤੇ ਉੱਥੇ ਜਾ ਕੇ ਜਦੋਂ ਦਰਸ਼ਨੀ ਡਿਓੜੀ ਉਤਰਦਾ ਨਾ, ਹੌਲੀ ਹੌਲੀ ਪਰਿਕਰਮਾ ਕਰਿਆ। ਕਮਾਲ ਦੀ ਗੱਲ ਹੈ ਪ੍ਰੋਫੈਸਰ ਸਾਹਿਬ, ਘਰ ਤੋਂ ਜਲੰਧਰ ਤੋਂ ਤੇਜ਼ ਤੇਜ਼ ਜਾਈਏ, ਦੌੜ ਕੇ ਜਾਈਏ, ਉੱਥੇ ਜਾ ਕੇ ਹੌਲੀ ਹੌਲੀ। ਇਹਦਾ ਕੀ ਮਤਲਬ? ਕਹਿੰਦੇ ਦੌੜ ਕੇ ਜਾਣ ਦਾ ਮਤਲਬ ਇਹ ਹੈ ਕਿ ਆਪਣੇ ਮਨ ਦੀਆਂ ਬਿਰਤੀਆਂ ਦੇ ਵਿੱਚ ਸਿਰਫ ਤੇ ਗੁਰੂ ਰਾਮਦਾਸ ਆਵੇ, ਉਸ ਤੋਂ ਇਲਾਵਾ ਕੁਝ ਹੋਰ ਨਾ ਹੋਵੇ। ਇਹ ਹੈ ਦੌੜਨ ਦਾ। ਇਕਾਗਰਤਾ ਦੇ ਨਾਲ ਜਾ, ਆਸੇ ਪਾਸੇ ਕਿਤੇ ਕਹਿੰਦੇ ਰੁਕ ਨਾ ਜਾਵੀਂ, ਕਿਤੇ ਖਿੰਡ ਨਾ ਜਾਵੀਂ ਕਹਿੰਦੇ। ਤੇ ਜਦੋਂ ਤੂੰ ਉੱਥੇ ਦਰਸ਼ਨੀ ਜੋੜੀ ਉਤਰਦਾ ਨਾ, ਉੱਥੋਂ ਤੈਨੂੰ ਮੈਂ ਤਾਂ ਕਹਿ ਰਿਹਾ ਪਰਿਕਰਮਾ ਹੌਲੀ ਹੌਲੀ ਕਰ, ਕਿਉਂਕਿ ਇੱਕ ਇੱਕ ਸਿੱਲ ਦੇ ਥੱਲੇ ਪਤਾ ਨਹੀਂ ਕਿੰਨੇ ਸ਼ਹੀਦਾਂ ਦੇ ਸਿਰ ਦੱਬੇ ਹੋਏ ਆ। ਬੜੇ ਧਿਆਨ ਦੇ ਨਾਲ ਆਪਣਾ ਪੈਰ ਰੱਖੀ, ਕਿਤੇ ਕਿਸੇ ਸ਼ਹੀਦ ਦੇ ਸਿਰ ਦੇ ਉੱਪਰ ਤੇਰਾ ਪੈਰ ਨਾ ਆ ਜਾਵੇ। ਇਸ ਲਈ ਦੂਸਰਾ ਸਾਧ ਸੰਗਤ ਜੀ, ਮੇਰਾ ਜੋ ਆਪਣਾ ਜ਼ਿੰਦਗੀ ਦਾ ਤਜਰਬਾ ਜੀ, ਉਹ ਸਾਂਝਾ ਕਰਨਾ ਚਾਹੀਦਾ ਸੰਗਤ ਦੇ ਨਾਲ। ਜਾਣ ਨੂੰ ਦਿਲ ਸਾਰਿਆਂ ਦਾ ਕਰਦਾ, ਮੈਂ ਬੇਨਤੀ ਕਰਾਂ ਘੱਟੋ ਘੱਟ ਇੰਨੇ ਕੁ ਸਮੇਂ ਦੇ ਵਿੱਚ ਇੱਕ ਸੁਖਮਨੀ ਸਾਹਿਬ ਬੜੇ ਆਰਾਮ ਦੇ ਨਾਲ ਤੁਹਾਡਾ ਰਸਤੇ ਵਿੱਚ ਹੋ ਜਾਂਦਾ। ਚਾਹੇ ਤੇ ਗੱਡੀ ਤੇ ਲਗਾ ਲਓ, ਜੇ ਨਾਲ ਤੁਹਾਡਾ ਜੀਵਨ ਸਾਥੀ ਜਾਂ ਕੋਈ ਹੈ ਤੇ ਉਹਨੂੰ ਕਹੋ ਭਾਈ ਗੁਟਕਾ ਫੜ ਲੈ ਤੇ ਤੂੰ ਪਾਠ ਕਰੀ ਜਾ ਤੇ ਮੈਂ ਰਸਤੇ ਵਿੱਚ ਗੱਡੀ ਚਲਾਈ ਜਾ। ਜਦੋਂ ਤੁਸੀਂ ਦਰਸ਼ਨੀ ਜੋੜੀ ਤੇ ਅੰਤਰ ਕਰਦੇ ਹੋ, ਆਪਾਂ ਮੱਥਾ ਟੇਕਦੇ ਆ ਨਾ ਉੱਥੇ, ਪਹਿਲਾਂ ਜਾ ਕੇ ਉੱਥੇ ਮੱਥਾ ਟੇਕ ਕੇ ਇੱਕ ਬੇਨਤੀ ਕਰਿਆ ਕਰ, ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ। ਉਸ ਤੋਂ ਬਾਅਦ ਜਦੋਂ ਤੁਸੀਂ ਪਰਿਕਰਮਾ ਕਰਨੀ ਹੈ, ਮੈਂ ਜੋ ਆਪਣਾ ਤੁਹਾਨੂੰ ਦੱਸ ਰਿਹਾ, ਪਰਿਕਰਮਾ ਕਰਦਿਆਂ ਦਰਬਾਰ ਗੁਰੂ ਰਾਮਦਾਸ ਦੀ ਡਿਓੜੀ ਤੱਕ ਪਹੁੰਚਦਿਆਂ ਨਾ 60 ਸਵਈਏ ਹੈ ਮਹਾਰਾਜ ਦੇ ਬਾਣੀ ਦੇ ਵਿੱਚ। ਤੇ ਸੰਤ ਸਿੰਘ ਮਸਕੀਨ ਦੀ ਮੈਨੂੰ ਬੜੀ ਗੱਲ ਪਿਆਰੀ ਲੱਗਦੀ ਹੈ। ਉਹ ਜਦੋਂ ਨਾ ਇੱਕ ਵਾਰੀ ਸੀਸ ਗੰਜ ਸਾਹਿਬ ਕਥਾ ਕਰ ਰਹੇ, ਕਹਿੰਦੇ ਜੇ ਗੁਰੂ ਦੇ ਕੋਲੋਂ ਕੰਮ ਲੈਣਾ ਨਾ ਤੇ ਗੁਰੂ ਦੇ ਸਵਈਏ ਪੜ੍ਹਨੇ ਸ਼ੁਰੂ ਕਰ ਦੇ। ਸਵਈਆਂ 'ਚ ਗੁਰੂ ਸਾਹਿਬ ਦੀ ਸਿਫਤ ਹੈ,
ਸਿਫਤ ਹੈ, 60 ਸਵਈਏ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੇ। ਤੇ ਚਲੋ ਸਾਡੇ ਸਾਰਿਆਂ ਦੇ ਕੋਲ ਮੋਬਾਈਲ ਹੈ, ਐਪਾਂ ਆਪਾਂ ਡਾਊਨਲੋਡ ਕੀਤੀਆਂ। ਵੈਸੇ ਤੇ ਬਾਣੀ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਗੁਟਕਾ ਸਾਹਿਬ ਤੋਂ ਪੜ੍ਹੀ ਜਾਵੇ, ਪਰੰਤੂ ਜੇਕਰ ਉੱਥੇ ਘੱਟੋ ਘੱਟ ਉੱਥੇ ਅਸੀਂ ਖੜੇ ਹੋ ਕੇ ਨਾ ਮਹਾਰਾਜ ਦੇ ਦੁਆਰੇ ਤੇ ਉਹ 60 ਸਵਈਏ ਅਸੀਂ ਪੜ੍ਹ ਲਈਏ ਆਰਾਮ ਦੇ ਨਾਲ। ਤੇ ਫਿਰ ਜਦੋਂ ਤੁਸੀਂ ਅੰਦਰ ਜਾਓਗੇ ਨਾ, ਜਿਹੜਾ ਅੰਦਰ ਸ਼ਬਦ ਚੱਲਦਾ ਹੋਏਗਾ, ਤੁਹਾਨੂੰ ਇਦਾਂ ਲੱਗੇਗਾ ਕਿ ਇਹ ਗੁਰੂ ਰਾਮਦਾਸ ਜੀ ਸਿਰਫ ਮੈਨੂੰ ਤੇ ਮੈਨੂੰ ਸੰਬੋਧਨ ਕਰ ਰਹੇ ਆ, ਹੋਰ ਕਿਸੇ ਨੂੰ ਨਹੀਂ ਕਰ ਰਹੇ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਮਹਾਰਾਜ ਕਹਿੰਦੇ ਕਿਆ ਭਵਿਆ, ਕਿੱਥੇ ਤੂੰ ਕਹਿੰਦੇ ਘੁੰਮਦਾ ਫਿਰਦਾ, ਕਿੱਥੇ ਤੂੰ ਕਹਿੰਦੇ ਭਟਕਦਾ ਫਿਰਦਾ। ਤੀਰਥ ਜਾਊਂ ਤਾਂ ਹਾਉ ਹਾਉ, ਅੱਗ ਲੱਗੀ ਪਈ ਉੱਥੇ ਵੀ ਕਹਿੰਦੇ ਮਹਾਰਾਜ ਕਹਿੰਦੇ तीरथ जाऊं तो हऊ हूं करते, पूछो पंडित माया सो अस्थान बतावो मीता। कहते ओ मैनू जगह दस जिथे जाके तेरा कीर्तन जेड़ा ना, महाराज कहते तेरी कीर्ति जिहड़ी है होवे। क्या भविया, महाराज कहते नहीं इदां ना कर, क्या भविया सच सूचा। हाँ, सच दे नाल जुड़ेगा ते सुचा होवेगा। ते असी महाराज भी कहते सूचे ए ना आखिए, बहन जे पिंडा तोए सूचे सेई नानका। जिन मन वसिया, मैं देखदा हुंदा सीगा पुरातन साडे बजुर्ग ना, ਆਪਾਂ ਪਿੰਡਾਂ ਦੇ ਸਹਿ ਰਹਿਣ ਵਾਲੇ ਆ, ਤੇ ਜਦੋਂ ਸਾਡੀਆਂ ਦਾਦੀਆਂ ਮਾਤਾਵਾਂ ਉਹਨਾਂ ਵਾਸਤੇ ਰੋਟੀ ਲੈ ਕੇ ਜਾਂਦੀਆਂ ਸੀ ਨਾ, ਤੇ ਉਹਨਾਂ ਨੇ ਹਲ ਚਲਾਉਂਦੇ ਸੀਗੇ ਹਨਾ, ਤੇ ਹੁਣ ਹਲ ਚਲਾਉਂਦੇ ਚਲਾਉਂਦੇ ਆ ਉਹਨਾਂ ਨੇ ਆ ਜਾਣਾ ਤੇ ਇਦਾਂ ਇਦਾਂ ਕਰਕੇ ਉਹਨਾਂ ਨੇ ਰੋਟੀ ਛਕ ਲੈਣੀ। ਤੇ ਉਹਨਾਂ ਦੀਆਂ ਸਿਹਤਾਂ ਕਿੰਨੀਆਂ ਵਧੀਆ ਸੀਗੀਆਂ, ਤੇ ਅੱਜ ਕੀ ਨਾ ਉਹਦਾ ਸਾਰੇ ਹੀ ਬਿਮਾਰੀ ਦੇ ਵਿੱਚ ਗ੍ਰਸਤ ਹੋਏ ਆ। ਤੇ ਸੋ ਸੁੱਚਾ ਹੋਣਾ ਉਹ ਨਹੀਂ ਹੈ ਜਿਹੜਾ ਪਖੰਡ ਹੈ ਜੀ, ਬਿਲਕੁਲ ਕਲੀਅਰ ਕੱਟ। ਮਹਾਰਾਜ ਨੇ ਕਿਹਾ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ सोई। इत्थे महाराज कहते हैं सच नाल जुड़ेगा, उही गल महाराज ते कह रहे हैं, सच नाल जुड़ेगा। अज ते महाराज जी इदां दे भी हैगे आ, किसी दे नाल कोई टच कर जावे ना, ओ कहंदे दौड़दे आ पिछे नूं, कहंदे मेरा ये हो गया, माफ करना, ये मेरे नाल घटनावां वापरियां होईयां। महाराज कहंदे क्या भविए सच सूचा होए, साच शब्द बिन मुक्त ना। शब्द तो बगैर सिखा तेनू मुक्ति नहीं मिली, शब्द तो बगैर तेनू बिन शब्दे जग बौरानंग। शब्द तो बिना जिहड़ा संसार है ना वो बौरा है, पागल होया फिरदा। महाराज कहंदे सतगुर शब्द उजारो दीपा, बिन स्यो अंधकार तह बंदर, रतन कोठड़ी खुली अनूपा। महाराज कहते दीवा मेरा एक नाम, दुख विच पाया तेल, ओन चानन ओ सोखिया, चूका जम स्यों मेल। महाराज कहते हैं साच शब्द बिन मुक्त ना होए। मुक्ति जिन्हों आपां कहने हैं कि इस संसार दे बंधना तो खलासी हो के परमात्मा दे दरगाह ते पहुंचना। ते महाराज एक थां ते कहंदे आ प्रभ की आज्ञा आत्म हितावे, जीवन मुक्त सो कहा। साच शब्द बिन मुक्त ना कोई, कोई भी कहते शब्द तो बगैर उन्होंने मुक्ति नहीं मिल सकती। रहाओ अगे फिर उन्होंने सवाल शुरू होते हैं, यह सीगी इंट्रोडक्शन। जिस तरह असीं जफरनामा पढ़ते ना, जफरनामे दे विच जिहड़ी दास्तान है वह शुरू होंदी है 13वें शेर तो। पहला जिहड़े 12 शेर है ना, वो गुरु गोबिंद सिंह जी महाराज ने परिपूर्ण परमात्मा नूं कमाले करामत कायम करीम रजा बख्श राजक रिहाकुन रहीम। ना साजो ना बाजो ना फौजो ना फरश, खुदाबंद बख्शे दे ऐशो अरश। ये सारे परमात्मा नूं संबोधन, जिद्दां आपां भी कोई लैटर लिखते हैं तो उत्ते आपां लिख दिंदे एक ओंकार सतगुर प्रसाद, पहला उसका नाम, फिर उस तो बाद अपनी उन्होंने लिखते हैं गलबात भी, हाँ भी आ चक्कर हैगा, आ गल लिखी है। जां आपां जदों किसी नूं फोन करते हैं तो साडा असूल की है, पहला असीं उहनूं नमस्ते जां घट्टो घट फतेह दी सांझ पाईए उहदे नाल, इस उहनूं याद करना हुंदा रब नूं, उस तो बाद अपनी गल कहनी हुंदी है। इत्थे महाराज फिर हुण कवन तुमें, इत्थे जिहड़े सवाल है ना, ये सवाल कर रहा चरपट। चरपट तो बाद बारी आउणी है लोहारीपा दी। दोवां दे नाम आए है इस बाणी विच। वैसे उत्थे जिहड़े बैठे हुए हैं उन्हां दी गिनती 84 कही है भाई गुरदास जी ने,
84 जोगी उत्थे बैठे हुए हैं, सिद्ध उत्थे बैठे हुए हैं, लेकिन मेन जिहड़े आ ना, मेन जिन्हां दा नाम आ रहा वो चरपट ते लोहारीपा दा नाम आ रहा। बाकी उन्हां बाकियां ने भी सवाल किए, लेकिन महाराज ने उन्हां दा नाम नहीं किया दर्ज। ये जिहड़े सवाल हुण शुरू होण लगे आ, ये पहले सवाल हन चरपट दे। चरपट कहंदा कवन तुम्हें, क्या नौ तुम्हारा, कौन मार्ग कौन सुआओ। कवन तुम्हें, तुसी कौन हो महाराज, पहला कौन हो तुसी, तुहाडा स्वरूप की है। क्या नौ तुम्हारा, तुहाडा नाम की है। कौन मार्ग, तुहाडा रस्ता की है परमात्मा नूं मिलण दा, क्योंकि गल तां परमात्मा दे मिलाप दी है। कौन सुवाओ, ते तुहाडा प्रयोजन की है, तुहाडी मंजिल की है, किहड़े तरीके दे नाल तुसी सानू परमात्मा तक लैके जाओ। चार सवाल दी बारिश उन्होंने गुरु नानक साहब ते पहला ही करती आउंदी। चार सवाल, वैसे ये विद्वानों ने जो गिनती की है भाई साहब जी, वो 89 सवाल है। इस तो वध घट भी सकते हैं, लेकिन 89 सवालों की मेरे को लिस्ट पई हुई है जिहड़ी उन्होंने की है। डॉक्टर जसबीर सिंह साबर जी की बुक है जी, सिद्ध गोष्ठ उपर पूरी उन्होंने हैगी। डॉक्टर जसबीर सिंह साबर उन्होंने 89 सवालों की गल की है। निका निका सवाल भी उन्होंने लिया, जिदा हुण इस पंक्ति में 4 सवाल आ गए। कवन तुम्हें, क्या नौ तुम्हारा, 2 हो गए। फिर उस तो बाद कौन मार्ग कौन सुवाओ, 4 सवाल ये हो गए। 4 सवाल महाराज किते। अच्छा, महाराज ना इन्हां 4 सवालों का जवाब नहीं दे। सुनियो गल, महाराज कहते साच कहूं अरदास हमारी, हो संत जना बल जाओ। बड़े ध्यान दे नाल साच कहूं, महाराज कहते मैं सच कहना कि उस परिपूर्ण परमात्मा नूं मैं जपदा हां, ਉਹਦੇ ਅੱਗੇ ਮੇਰੀ ਅਰਦਾਸ ਹੈ, ਹਉ ਸੰਤ ਜਨਾਂ ਬਲ ਜਾऊं। ਤੇ ਆ ਜਿਹੜੇ ਤੁਸੀਂ ਸਿੱਧ ਬੈਠੇ ਨਾ, ਮੈਂ ਤੁਹਾਡੇ ਤੋਂ ਕਹਿੰਦੇ ਬਲਿਹਾਰੇ ਜਾਣਾ। ਮਹਾਰਾਜ ਇੱਥੇ ਜਵਾਬ ਨਹੀਂ ਦੇ ਪਹਿਲਾਂ, ਕਿਉਂਕਿ ਜਦੋਂ ਤੁਸੀਂ ਕਿਸੇ ਵੱਡੀ ਮੰਜ਼ਿਲ ਤੇ ਪਹੁੰਚਣਾ ਹੁੰਦਾ, ਤੁਹਾਨੂੰ ਛੋਟੀਆਂ ਛੋਟੀਆਂ ਗੱਲਾਂ ਇਗਨੋਰ ਕਰਨੀਆਂ ਪੈਂਦੀਆਂ। ਜੇ ਅਸੀਂ ਉਹਨਾਂ ਨਾਲ ਹੀ ਉਲਝ ਜਾਵਾਂਗੇ ਤੇ ਸਾਡੀ એનર્ਜੀ ਜਿਹੜੀ ਹੈ ਸਾਰੀ ਉੱਥੇ ਲੱਗ ਜਾਵੇਗੀ। ਹੁਣ ਅੱਗੇ ਫਿਰ ਉਹ ਕਹਿੰਦਾ ਵੀ ਇਹ ਸਾਡਾ ਸਵਾਲ ਨਹੀਂ ਹੈ, ਇਹ ਸਾਡੇ ਸਵਾਲ ਦਾ ਜਵਾਬ ਨਹੀਂ ਹੈ। ਜੋ ਤੁਸੀਂ ਕਿਹਾ ਕਿ ਸੰਤ ਜਨਾਂ ਬਲ ਜਾਊ, ਇਹ ਸਾਡਾ ਸਵਾਲ ਨਹੀਂ ਹੈ। ਅੱਗੇ ਫਿਰ ਉਹ ਕਹਿੰਦੇ ਆ ਕਹਿ ਬੈਸੋ, ਕਹਿ ਰਹੀਏ ਬਾਲੇ, ਕਹਿ ਆਵੋ ਕਹਿ ਜਾਓ ਜਾਹੋ। ਬੜੇ ਧਿਆਨ ਨਾਲ ਸੁਣਿਓ ਹੁਣ ਇਹਨਾਂ ਦੇ। ਕਹਿ ਬੈਸੋ, ਬੈਸਣ ਦਾ ਅੱਖਰੀ ਅਰਥ ਜੇ ਆਪਾਂ ਕਰ ਦਾਂਗੇ ਨਾ ਤੇ ਗੱਲ ਬੈਠਣ ਦੀ ਹੋ ਰਹੀ ਹੈ, ਪਰ ਇੱਥੇ ਬੈਠਣ ਦੀ ਗੱਲ ਨਹੀਂ। ਜਦੋਂ ਇਨਸਾਨ ਇੱਕ ਥਾਂ ਤੇ ਟਿਕ ਕੇ ਬੈਠਦਾ, ਮੇਰੇ ਵੱਲ ਧਿਆਨ ਦਿਓ, ਜਦੋਂ ਇੱਕ ਇਨਸਾਨ ਇੱਕ ਥਾਂ ਤੇ ਟਿਕ ਕੇ ਬੈਠਦਾ, ਸ਼ਾਂਤੀ ਉਹਨੂੰ ਉਸੇ ਵੇਲੇ ਮਿਲਦੀ ਹੈ। ਕਿਉਂ ਜੀ? ਸ਼ਾਂਤੀ ਉਹਨੂੰ ਉਦੋਂ ਮਿਲਦੀ ਹੈ ਜਦੋਂ ਟਿਕਦਾ। ਇੱਥੇ ਸਵਾਲ ਉਹਨਾਂ ਦਾ ਬੈਠਣ ਦਾ, ਲੇਕਿਨ ਉਹਦਾ ਅੰਦਰਲਾ ਭਾਵ ਅਰਥ ਕੀ ਹੈ ਵੀ ਅੰਦਰ ਦੀ ਸ਼ਾਂਤੀ ਕਿੱਦਾਂ ਪ੍ਰਾਪਤ ਹੋਵੇ। ਹਰ ਇੱਕ ਬੰਦੇ ਨੂੰ ਲੋੜ ਹੈ, ਤੁਹਾਨੂੰ ਵੀ ਲੋੜ ਹੈ, ਮੈਨੂੰ ਵੀ ਲੋੜ ਹੈ। ਹਰ ਬੰਦਾ ਇਸ ਚੀਜ਼ ਦੇ ਪਿੱਛੇ ਦੌੜਦਾ ਪਿਆ ਵੀ ਅੰਦਰ ਇੱਕ ਸ਼ਾਂਤੀ ਮਿਲ ਜਾਵੇ। ਕਹਿ ਬੈਸੋ, ਕਹਿ ਰਹੀ ਹੈ। ਰਹੀਏ ਦੇ ਅੱਖਰੀ ਅਰਥ ਜੋ ਵਿਦਵਾਨਾਂ ਨੇ ਕੀਤੇ ਹੈ ਕਿ ਤੇਰੀ ਜਿਹੜੀ ਸੁਰਤ ਹੈ ਉਹ ਕਿਸ ਤਰੀਕੇ ਦੇ ਨਾਲ, ਕਿੱਦਾਂ ਤੁਸੀਂ ਉਹਨੂੰ ਰੱਖਦੇ ਹੋ, ਕਿੱਦਾਂ ਉਹ ਜੁੜਦੀ ਹੈ, ਕਿੱਧਰਲੇ ਪਾਸੇ ਦੀ ਸੁਰਤ ਦਾ ਕੀ ਖੇਡ ਹੈ। ਕਹਿ ਬਾਲੇ, ਰਹੀਏ ਬਾਲੇ। ਬਾਲੇ ਦਾ ਮਤਲਬ ਹੈ ਕਿ ਉਹਨੂੰ ਬੱਚਾ ਕਹਿ ਰਹੇ ਗੁਰੂ ਨਾਨਕ ਦੇਵ ਜੀ ਨੂੰ। ਇਹ ਤੇ ਹੋ ਗਿਆ ਕਲੀਅਰ। ਕਹਿ ਆਵੋ ਕਹਿ ਜਾਓ, ਤੁਹਾਡੀ ਸੁਰਤ किस तरीके दे नाल उस शब्द नाल जुड़दी है और किस तरीके दे नाल तुहानू शांति जिहड़ी है वो मार्ग दी जिहड़ी है प्राप्ति हुंदी है। आ महाराज नू उन्होंने सवाल कीते। अगे फिर महाराज कहंदे नानक इत्थे नहीं देना विश्राम, क्योंकि कक्के दे थल्ले औंकड़ है। एक बाणी दा विधान है, जदों पंक्ति दी आरंभता ते नानक दा कक्का मुकता है उन्होंने विश्राम दे के बोलना, कक्के नू वखरा बोलना। जे कक्के दे थल्ले औंकड़ आ गया फिर असी विश्राम नहीं देना, फिर असी उन्होंने एक सा बोलना। नानक बोले इदां बोलना, जिहड़ा बोले शब्द है वो इकट्ठा बोलना। नानक बोले सुन बै रागी क्या तुम्हारा,
ਤੁਹਾਡਾ ਰਸਤਾ ਕੀ ਹੈ। ਫਿਰ ਮਹਾਰਾਜ ਹੁਣ ਜਵਾਬ ਦੇਣ ਲੱਗੇ ਆ, ਘੱਟ ਘੱਟ ਬੈਸ ਜਿਹੜਾ ਹਰ ਜਗ੍ਹਾ ਦੇ ਵਿੱਚ, ਹਰ ਹਿਰਦੇ ਦੇ ਵਿੱਚ ਕਹਿੰਦੇ ਵਸਿਆ ਹੋਇਆ, ਜਿਹਨੂੰ ਅਸੀਂ ਪੜ੍ਹਦੇ ਹਾਂ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਜਿਹਨੂੰ ਅਸੀਂ ਪੜ੍ਹਦੇ ਹਾਂ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਅਗਲੀ ਪੰਕਤੀ ਤਾਂ ਚਾਨਣ ਹੋਣਾ, ਹਾਂ ਗੁਰ ਸਾਖੀ ਜੋਤ ਪ੍ਰਗਟ ਹੋਏ ਤਾਂ ਗੱਲ ਬਣਨੀ ਹੈ। ਘਟ ਘਟ ਬੈਸ ਨਿਰੰਤਰ ਰਹੀਐ ਚਾਲੇ ਸਤਿਗੁਰ ਭਾਏ, ਕਹਿੰਦੇ ਅਸੀਂ ਸਤਿਗੁਰ ਦੇ ਭਾਣੇ ਵਿੱਚ ਚੱਲਦੇ ਹਾਂ, ਜੋ ਸਾਨੂੰ ਸਤਿਗੁਰ ਹੁਕਮ ਕਰਦਾ ਅਸੀਂ ਉਦਾਂ ਚੱਲਦੇ ਹਾਂ। ਵੈਸੇ ਵੀ ਸਿੱਖ ਨੂੰ ਵੀ ਹਦਾਇਤ ਹੈ, ਗੁਰਸਿੱਖ ਮੀਤ ਚਲੋ ਗੁਰ, ਜੋ ਗੁਰ ਕਹੈ ਸੋਈ ਭਲ। ਸਤਿਗੁਰ ਪਾਣਾ ਇਹ ਹੈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਘਟ ਘਟ ਬੈਸ ਨਿਰੰਤਰ ਰਹੀਐ, ਨਿਰਅੰਤਰ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਨਿਰੰਤਰ। ਅੰਤਰ ਦਾ ਮਤਲਬ ਹੈ ਰੁਕਾਵਟ, ਤੇ ਨਿਰਅੰਤਰ ਦਾ ਅੱਖਰ ਹੈ ਬਿਨਾਂ ਰੁਕਾਵਟ ਤੋਂ ਲਗਾਤਾਰ ਕੰਟੀਨਿਊ ਜਿਹਨੂੰ ਕਹਿੰਦੇ। ਘਟ ਘਟ ਬੈਸ, ਘਟ ਘਟ ਬੈਸ ਨਿਰੰਤਰ ਰਹੀਐ, ਅਸੀਂ ਕਹਿੰਦੇ ਉਸ ਪਰਮਾਤਮਾ ਦੇ ਨਾਲ ਜਿਹੜਾ ਹਰ ਹਿਰਦੇ ਦੇ ਵਿੱਚ ਮੌਜੂਦ ਹੈ, ਉਹਦੇ ਨਾਲ ਅਸੀਂ ਕਹਿੰਦੇ ਸਾਡਾ ਵਾਸਾ ਹੈ, ਉਹਦੇ ਨਾਲ ਅਸੀਂ ਰਹਿੰਦੇ ਹਾਂ। ਚਾਲੇ ਸਤਿਗੁਰ ਭਾਏ, ਤੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹਾਂ। ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾ ਰਜਾਏ। ਇਹ 'ਚ ਦੋ ਸ਼ਬਦ ਆਏ ਆ, ਹੁਕਮ ਰਜ਼ਾ। ਤੀਜਾ ਸ਼ਬਦ ਮੈਂ ਆਪਣੇ ਕੋਲੋਂ ਜੋੜ ਦਿਆ, ਭਾਣਾ। ਵੈਸੇ ਪਿੱਛੇ ਆ ਚੁੱਕਾ ਭਾਣਾ। ਹੁਕਮ ਕੀ ਹੈ ਜੀ? ਹੁਕਮ ਹੈ ਪਰਿਪੂਰਨ ਪਰਮਾਤਮਾ ਦਾ ਕਾਨੂੰਨ। ਰਜ਼ਾ ਕੀ ਹੈ? ਉਸ ਹੁਕਮ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ, ਇਹ ਹੈ ਰਜ਼ਾ। ਤੇ ਭਾਣਾ ਕੀ ਹੈ? ਉਹਦੇ ਹੁਕਮ ਦੇ ਵਿੱਚ ਤੂੰ ਚੱਲ ਰਿਹਾ, ਤੇ ਚੱਲਦਿਆਂ ਚੱਲਦਿਆਂ ਜਿਹੜਾ ਵੀ ਤੈਨੂੰ ਚੰਗਾ ਦੁੱਖ ਜਾਂ ਸੁੱਖ ਵਾਲਾ ਫਲ ਮਿਲਦਾ, ਉਹਨੂੰ ਉਹਦਾ ਭਾਣਾ ਕਰਕੇ ਮੰਨਣਾ। ਤੁਹਾਨੂੰ ਗੱਲ ਕਲੀਅਰ ਹੋਣੀ ਚਾਹੀਦੀ ਹੈ। ਹੁਕਮ ਦਾ ਅਰਥ ਹੈ ਕਾਨੂੰਨ, ਉਹਦਾ ਵਿਧਾਨ। ਰਜ਼ਾ ਦਾ ਮਤਲਬ ਹੈ ਉਹਦੇ ਹੁਕਮ ਦੇ ਵਿੱਚ ਚੱਲਣਾ, ਤੇ ਭਾਣੇ ਦਾ ਮਤਲਬ ਹੈ ਜਦੋਂ ਤੂੰ ਚੱਲ ਰਿਹਾ, ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਆ ਰਿਹਾ, ਸੁੱਖ ਆ ਰਿਹਾ, ਉਹਨੂੰ ਉਹਦੇ ਭਾਣੇ ਦੇ ਵਿੱਚ ਰਹਿ ਕੇ ਉਹਨੂੰ ਮੰਨਣਾ। ਮੰਨਣਾ ਭਾਣੇ ਵਾਲਾ ਹੈ, ਮੰਨਣਾ ਉਹਨੂੰ ਵੀ ਹਾਂ ਮੈਨੂੰ ਇਹ ਮਨਜ਼ੂਰ ਹੈ, ਮੈਂ ਇਹਦੇ ਨਾਲ ਸਹਿਮਤ ਹਾਂ। ਆਹ ਹੈ ਜੀ ਭਾਣਾ। ਤੇ ਅਸੀਂ ਭਾਣਾ ਸ਼ਬਦ ਮੰਨ ਲਿਆ ਵੀ ਜਦੋਂ ਕੋਈ ਚੜ੍ਹਾਈ ਕਰ ਗਿਆ ਤੇ ਜਾ ਕੇ ਕਹਿਤਾ ਰੱਬ ਦੇ ਭਾਣੇ ਵਿੱਚ ਹੋ ਜਾ, ਪਰੰਤੂ ਬਾਣੀ ਕੁਝ ਹੋਰ ਕਹਿੰਦੀ ਪਈ ਹੈ। ਬਾਣੀ ਕਹਿੰਦੀ ਹੈ ਤੇਰਾ ਜਨਮ ਵੀ ਉਹਦੇ ਭਾਣੇ ਵਿੱਚ ਹੋਇਆ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਜੰਮਿਆ ਵੀ ਉਹਦੇ ਭਾਣੇ ਵਿੱਚ ਹੈ। ਇਹਦਾ ਮਤਲਬ ਕਿ ਦੁੱਖ ਵੇਲੇ ਇਕੱਲਾ ਭਾਣਾ ਨਹੀਂ ਹੈ, ਸੁੱਖ ਵੇਲੇ ਵੀ ਭਾਣਾ ਹੈ ਉਹਦਾ। ਮੈਂ ਤਾਂ ਹੀ ਬੇਨਤੀ ਕੀਤੀ ਕਿ ਦੁੱਖ ਸੁੱਖ ਜੋ ਵੀ ਮਿਲ ਜਾਵੇ ਉਹਨੂੰ ਅਸੀਂ ਕਬੂਲਣਾ ਹੈ, ਉਹਨੂੰ ਅਸੀਂ ਮੰਨਣਾ ਹੈ। ਮਹਾਰਾਜ ਇੱਥੇ ਫਰਮਾਉਂਦੇ ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾ ਰਜਾਏ। ਅਸੀਂ ਉਹਦੀ ਹੁਕਮ ਦੇ ਵਿੱਚ ਹਾਂ, ਉਹਦੀ ਰਜਾ ਦੇ ਵਿੱਚ ਹਾਂ, ਤੇ ਅਸੀਂ ਅਡੋਲਤਾ ਦੇ ਵਿੱਚ ਹਾਂ। ਆਸਨ ਬੈਸਨ ਥਿਰ ਨਾਰਾਇਣ ਐਸੀ ਗੁਰਮਤਿ ਪਾਏ। ਆਸਨ ਬੈਸਨ ਥਿਰ ਨਾਰਾਇਣ, ਉਹ ਜਿਹੜਾ ਪਰਿਪੂਰਨ ਪਰਮਾਤਮਾ ਜਿਹੜਾ ਆਸਨ ਲਾ ਕੇ ਬੈਠਾ ਹੋਇਆ ਹੈ। ਇੱਕ ਪ੍ਰਮਾਣ ਦੇ ਨਾਲ ਇਹਨੂੰ ਮੈਂ ਕਲੰਕ ਕਰਾਂ, ਇਹਨੂੰ ਮੈਂ ਕਲੀਅਰ। ਉਹਨੇ ਆਸਨ ਲਾਇਆ ਜੀ ਰੱਬ ਨੇ। ਆ ਪੀਨੇ ਆਪ ਸਾਜਿਓ, ਆ ਪੀਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ। ਅੰਦਰ ਹੀ ਬੈਠਾ ਹੋਇਆ ਆਸਨ ਲਾ ਕੇ। ਆਸਨ ਬੈਸਨ ਥਿਰ ਨਾਰਾਇਣ ਐਸੀ ਗੁਰਮਤਿ ਪਾਏ। ਆ ਅਸੀਂ ਗੁਰੂ ਦੀ ਮੱਤ ਦੇ ਨਾਲ ਕਹਿੰਦੇ ਅਸੀਂ ਚੱਲਦੇ ਆਂ ਕਿ ਉਹ ਜਿਹੜਾ ਪਰਿਪੂਰਨ ਪਰਮਾਤਮਾ ਨਾ, ਉਹ ਆਸਨ ਲਗਾ ਕੇ, ਉਹ ਜਿਹੜਾ ਥਿਰ ਨਾਰਾਇਣ, ਜਿਹੜਾ ਹਮੇਸ਼ਾ ਹੀ ਰਹਿਣ ਵਾਲਾ, ਜਿਹਨੇ ਕਦੀ ਬਿਨਸਣਾ ਨਹੀਂ, ਆ ਅਸੀਂ ਗੁਰਮਤਿ ਨੂੰ ਅਸੀਂ ਪ੍ਰਾਪਤ ਕੀਤਾ। ਗੁਰਮੁਖ ਬੂਝੇ ਆਪ ਪਛਾਣੇ, ਸੱਚੇ ਸੱਚ ਸਮਾਏ। ਹਾਂ, ਇਸ ਗੱਲ ਦੀ ਪਹਿਚਾਣ ਕਿਹਨੂੰ ਹੋਏਗੀ? ਜਿਹੜਾ ਗੁਰੂ ਦੇ
ਜਿਹਦਾ ਮੁਖ ਗੁਰੂ ਦੇ ਵੱਲ ਹੈ, ਜਿਹੜਾ ਗੁਰੂ ਦੇ ਉਪਦੇਸ਼ ਤੇ ਚੱਲਦਾ ਹੈ। ਗੁਰਮੁਖ ਬੂਝੇ ਆਪ ਪਛਾਣੈ, ਆਪਣੇ ਆਪ ਨੂੰ ਪਛਾਣਨਾ। ਬੰਦੇ ਖੋਜ ਦਿਲ ਹਰ ਰੋਜ਼, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਨ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਮਹਾਰਾਜ ਕਹਿੰਦੇ ਗੁਰਮੁਖ ਬੂਝੇ ਆਪ ਪਛਾਣੇ, ਸੱਚੇ ਸੱਚ ਸਮਾਏ। 5 ਮਿੰਟ ਲੈ ਲਵਾਂ ਜਾਂ ਅੱਗੇ ਹੈ ਸਵਾਲ, ਕਿਉਂਕਿ ਮੈਂ ਸੋਚਿਆ ਸੀ 5 ਪੌੜੀਆਂ ਕਰਨੀਆਂ ਆਪਾਂ ਜੀ। ਅੱਗੇ ਫਿਰ ਸਵਾਲ ਹੈ ਜੀ, ਜਿਹੜਾ ਇਹ ਸਵਾਲ ਸਾਡਾ ਸਾਰਿਆਂ ਦਾ ਸਵਾਲ। ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ। ਚਰਪਟ ਬੋਲੇ ਔਧੂ ਨਾਨਕ ਦੇਹੋ ਸੱਚਾ। ਕਲੀਅਰ ਹੋ ਗਿਆ ਕਿ ਉੱਪਰਲੇ ਸਵਾਲ ਸਾਰੇ ਚਰਪਟ ਦੇ ਆ। ਠੀਕ ਹੈ ਜੀ, ਕਲੀਅਰ ਹੋ ਗਿਆ। ਚਰਪਟ ਬੋਲੇ ਔਧੂ ਨਾਨਕ ਦੇਹੋ ਸੱਚਾ ਵਿਚਾਰੋ। ਦੁਨੀਆ ਸਾਗਰ, ਦੇਖੋ ਇਸ ਸੰਸਾਰ ਨੂੰ ਦੁਨੀਆ ਦੇ ਅਰਥ ਕਰਦੇ ਆ ਦੋ ਜਿਹਦੇ ਪਾਸੇ ਆ, ਜਾਂ ਹੋਰ ਅਰਥ ਕਰ ਲਈਏ ਜਿਹੜਾ ਦੋ ਨਦੀਆਂ ਵਿੱਚ ਸਵਾਰ ਹੈ। ਆਪਾਂ ਸਵਾਰ ਹੀ ਆ, ਜੰਮਣ ਤੇ ਮਰਨ, ਦੋਨੋਂ ਪਾਸੇ ਆਪਾਂ ਸਵਾਰ ਹੈ। ਦੁਨੀਆ ਦੋ ਨਈਆਂ ਦੇ ਵਿੱਚ, ਦੋ ਪਾਸੇ ਜੰਮਣ ਤੇ ਮਰਨ। ਇਹ ਸਾਗਰ, ਇਸ ਸੰਸਾਰ ਨੂੰ ਸਾਗਰ ਵੀ ਕਿਹਾ ਗਿਆ, ਇਸ ਸੰਸਾਰ ਨੂੰ ਅੱਗ ਦਾ ਸਾਗਰ ਵੀ ਕਿਹਾ ਗਿਆ। ਮਤ ਗਰਭ ਮੈਂ ਆਪਨ ਸਿਮਰਨ ਦੇ, ਤਹ ਤੁਮ ਰਾਖਣ ਹਾਰੇ। ਅਗਲੀ ਪੰਕਤੀ ਪਾਵਕ, ਪਾਵਕ ਮੈਨੇ ਅੱਗ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ। ਇਹਦਾ ਮਤਲਬ ਇਹ ਸੰਸਾਰ ਜੋ ਅੱਗ ਹੈ। आतिश दुनिया, आतिश आतिश मैंने अग, आतिश दुनिया खुनक नाम खुदाया। खुनक मैंने ओदा नाम ही कला ठंडा वा, बाकी सारी आसे पासे आग ही है। ते इथों तक गुरु नानक देव जी पता की कहंदे है, कहंदे मूर्खा तेरे अंदर 4-4 नदियां अग दियां वगदियां पईयां। हंस हेत लोभ कोप चारे नदियां अग। हंस हेत लोभ कोप चारे नदियां अग। पवे दजे नानका तरिया करमी। जे इन्हां च पवेगा ते सड़ जावेगा, ते जे किते गुरु दे नाल जुड़ जावेगा ते तैनू अगन सागर बूडत संसारा। नानक बाहां पकड़ सतगुर, वो शब्द आउंदा भूले मार्ग जिन्हें बताया ऐसा गुर। उच आउंदी पंक्ति है। महाराज इत्थे कहंदे दुनिया सागर दुत्तर, दुत्तर मैंने बड़ी औखी है जी। दुनिया सागर दुत्तर कहिए क्यों कर पाइए पारो। चरपट बोले औधू नानक। औधू विरकत शुद्ध साफ नीयत वाले नूं कहा गया औधू। चरपट बोले, उन्होंने थोड़ी थोड़ी समझ आउण लग पई है। चरपट बोले औधू नानक देहो सच्चा विचारो। अपनी विचार दिओ। फिर महाराज अपनी विचार दिंदे आ जी। महाराज कहते हैं आपे आखे आपे समझे तिसकिया उत्तर दीजै। कहते तेनू सारा कुछ पता तो है, कहते तू मेरे को पूछना चाहना। आपे आखे आपे सवाल कर रहा, आप तू समझदा किस क्या उत्तर दीजै। सच कहो तुम पार ग्रामी, तुझ क्या वैसन दीजै। पार ग्रामी इस संसार तो किद्दां पार करना, तेनू मैं कहंदे की समझावां। तुझ क्या वैसन दीजै। तेरी इस सवाल दे विच कोई भी कहंदे इस तरह की गल नहीं है जिहड़ी औखी है। वैसन दा मतलब औखी गल जिहड़ी ना समझण वाली है। क्लीयर तो सारी गल है और तेनू कहंदे पता। फिर महाराज जवाब दिंदे आ जी, जैसे जल में कमल निरालम। जिस तरह कमल दा फुल पानी दे विच रह के भी पानी तो निर्लेप है। दूसरा मुरगाई ने साने, मुरगाबी हुंदी है जी पानी विच। ये मुरगाबी रहिंदी पानी विच है, लेकिन पानी विच रहिंदियां इहदे खंभ जिहड़े आ, पंख जिहड़े आ, वो पानी विच नहीं भिजदे। कहण तो भाव अर्थ इहदे मैं होर कर दियां, ये संसार एक माया दा रूप है जी। इस माया दे रूप, माया दे संसार सागर विच रहिंदियां होयां भी इस संसार तो निर्लेप रहना, छड्डना नहीं इहनूं, भजना नहीं। जिद्दां ओह भज के गए हैं बच्चे साडे है, घर वाली साडी है, असीं उन्हां दा पालन करना वै, लेकिन उन्हां विच रहिंदियां होइयां जिहड़ा चित्त है वो साडा परिपूर्ण परमात्मा। ये इत्थे महाराज आ सिद्धांत दे रहे हैं। एक मैं तुहानूं प्रमाण होर दे दियां।
ਭਵਜਲ ਬਿਖਮ ਡਰਾਵਨੋ संसार। भवजल, भव मैंने डर, जल मैंने पानी, भवजल बिखम डरावनों सानू डरांदा पिया ये संसार। ना कंदी ना पार, ना कोई किनारा दिखाई दे रहा उरला पासा, ना दिखाई दे रहा परला पासा, ना बेड़ी ना तुलहड़ा। ਇਹਦੀ ਬੰਗਲਾ ਸਾਹਿਬ मैं अर्थ ਕੀਤੇ ਸੀਗੇ। ਤੁਲਹੜਾ ਸਮਝਾਉਣ ਅੱਜਕੱਲ ਨਾ ਇਹ ਸ਼ਬਦਾਂ ਨੂੰ ਸਮਝਾਉਣ ਲਈ ਬੜੀ ਮਿਹਨਤ ਕਰਨੀ ਪੈਂਦੀ, ਕਿਉਂਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਨਹੀਂ ਪਤਾ ਹੈਗਾ ਤੁਲਹੜਾ ਕੀ। ਬੇੜੀ ਤੈਨੂੰ ਸਮਝ ਆ ਗਈ ਹੈ। ਤੁਲਹੜਾ ਕੀ ਹੁੰਦਾ ਸੀਗਾ? ਦਰਿਆ ਦੇ ਕਿਨਾਰੇ ਤੇ ਉੱਗੀ ਹੋਈ ਜਿਹੜੀ ਕਾਈ ਹੈ ਜਾਂ ਹੋਰ ਘਾਹ ਫੂਸ ਲਿਆ, ਉਹਨੂੰ ਇਕੱਠਾ ਕੀਤਾ, ਉਹਨੂੰ ਚੌਰਸ, ਉਹਦੇ ਵਿੱਚ ਬਾਂਸਾਂ ਦੀਆਂ ਸ਼ੀਟੀਆਂ ਬੰਨ ਬੰਨ ਕੇ ਇੱਕ ਚੌਰਸ ਜਿਹਾ ਬਣਾ ਲਿਆ ਤੇ ਉਹਦੇ ਨਾਲ ਉਹਨੂੰ ਪਾਤਾ ਦਰਿਆ 'ਚ। ਉਹਦੇ ਉੱਪਰ ਖੜੇ ਹੋ ਕੇ ਤੇ ਉਹ ਦਰਿਆ ਨੂੰ ਪਾਰ ਕੀਤਾ। ਉਹਨੂੰ ਕਿਹਾ ਜਾਂਦਾ ਸੀ ਤੁਲਹੜਾ। ਉਦੋਂ ਬੇੜੀ ਨਹੀਂ ਸੀ ਬਣੀ, ਇਹ ਬੇੜੀ ਬਣਨ ਤੋਂ ਪਹਿਲਾਂ ਦਰਿਆ ਪਾਰ ਕਰਨ ਦਾ ਤਰੀਕਾ ਸੀ। ਭਵਜਲ ਬਿਖਮ ਡਰਾਵਨੋ, ਨਾ ਕੰਦੀ ਨਾ ਪਾਰ, ਨਾ ਬੇੜੀ ਨਾ ਤੁਲਹੜਾ, ਨਾ ਤਿਸ ਵੰਜ ਮਲਾਰ। ਨਾ ਉਹਦੇ ਵਿੱਚ ਵੰਜ ਹੈ। ਵੰਜ ਸਮਝਦੇ ਹੋ? ਉਹਦਾ ਬਾਂਸ ਦਾ ਹੁੰਦਾ ਸੀ ਜਿਹਦੇ ਨਾਲ ਹੇਠਾਂ ਆਪਣੇ ਪਾਣੀ ਦੀ ਹੇਠਾਂ ਸਤ੍ਹਾ ਤੇ ਬਾਹਰ ਮਾਰ ਕੇ ਅੱਗੇ ਜਾਂਦੇ ਸੀ ਆਪਾਂ। ਵੰਜ ਹੱਥ ਫੜਿਆ ਬਾਂਸ ਦਾ, ਲੰਬਾ ਹੁੰਦਾ ਸੀ ਯਾਨੀ ਕਿ 10-12 ਫੁੱਟ ਦਾ। ਨਾ ਭਵਜਲ ਬਿਖਮ ਡਰਾਵਨੋ, ਨਾ ਕੰਦੀ ਨਾ ਪਾਰ, ਨਾ ਬੇੜੀ ਨਾ ਤੁਲਹੜਾ, ਨਾ ਤਿਸ ਵੰਜ ਮਲਾਰ। ਕਿੱਦਾਂ ਤੂੰ ਕਹਿੰਦੇ ਪਾਰ ਕਰੇਗਾ? ਸਤਿਗੁਰ ਪੈ ਕਾ ਬੋਹਿ ਥਾ। ਸਤਿਗੁਰ ਦੇ ਕੋਲ ਆ ਜਾ, ਉਹ ਜਹਾਜ਼ ਹੈ। ਕਹਿੰਦੇ ਸਤਿਗੁਰ ਭੈ ਕਾ ਬੋਹਿ ਥਾ, ਨਦਰੀ ਪਾਰ ਉਤਾਰ। ਉਹ ਆਪਣੀ ਬਖਸ਼ਿਸ਼ ਦੇ ਨਾਲ ਤੈਨੂੰ ਉਥੋਂ ਪਾਰ ਕਹਿੰਦੇ ਕਰ ਦੇਵੇਗਾ। ਇੱਥੇ ਮਹਾਰਾਜ ਕਹਿ ਰਹੇ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ। ਇਹਦੇ ਅਰਥ ਆਪਾਂ ਨਾ ਕੱਲ ਕਰਾਂਗੇ, ਕਿਉਂਕਿ ਸਮੇਂ ਦੀ ਜ਼ਿਆਦਾ ਵੱਗਿਆ ਹੋ ਰਹੀ ਹੈ। ਪਿੱਛੋਂ ਉਹਨਾਂ ਨੇ ਕੀਰਤਨ ਕਰਨਾ। ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਨੇ ਰਹੇ ਇਕਾਂਤ। ਏਕੋ ਮਨ ਵਸਿਆ ਆਸਾ ਮਾਹੇ ਨਿਰਾਸੋ, ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ। ਦੱਸੋ, ਇਹਦੀ ਆਪਾਂ ਵਿਚਾਰ ਕੱਲ ਕਰਾਂਗੇ। ਇਸ ਸਵਾਲ ਦੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ